ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਕੁਝ ਅਪਡੇਟਸ ਲੈ ਕੇ, ਕੁਝ ਅੱਜ ਦੀਆਂ ਖਬਰਾਂ ਲੈ ਕੇ ਕੋਵਿਡ-19 ਬਾਰੇ। ਰੋਜ਼ਾਨਾ ਦੀ ਤਰ੍ਹਾਂ ਅਸੀਂ ਡਾਕਟਰ ਪ੍ਰਗਟ ਸਿੰਘ ਪੁਰਜੀ ਹੁਣਾਂ ਨਾਲ ਗੱਲਬਾਤ ਕਰਨੀ ਹੈ। ਕੁਝ ਨਵੀਆਂ ਰਿਸਰਚਸ, ਕੁਝ ਨਵੀਆਂ ਸਟੱਡੀਜ਼, ਕੁਝ ਨਵੇਂ ਨਤੀਜੇ ਸਾਡੇ ਸਾਹਮਣੇ ਆ ਰਹੇ ਇਸ ਵਾਇਰਸ ਨੂੰ ਲੈ ਕੇ। ਡਾਕਟਰ ਸਾਹਿਬ ਸਾਡੇ ਨਾਲ ਉਹ ਸਾਂਝੇ ਕਰਨਗੇ, ਉਹ ਕੀ ਨੇ। ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਉਹਨਾਂ ਨਾਲ ਕਰਾਂਗੇ। ਔਰ ਰੋਜ਼ਾਨਾ ਜਿਹੜਾ ਹਰ ਵੀਰਵਾਰ ਨੂੰ ਅਸੀਂ ਸਰਦਾਰ ਕੁਲਮੀਤ ਸਿੰਘ ਸੰਘਾ ਸਾਡੇ ਐਡਮਿੰਟਨ ਸਟੂਡੀਓ ਤੋਂ ਸੀਨੀਅਰ ਜਰਨਲਿਸਟ ਸਾਡੇ ਨਾਲ ਆਉਂਦੇ ਨੇ। ਅੱਜ ਅਲਬਰਟਾ ਬਾਰੇ, ਐਡਮਿੰਟਨ ਬਾਰੇ ਪ੍ਰੋਗਰਾਮ ਦੇ ਦੂਜੇ ਹਿੱਸੇ ਵਿੱਚ ਸਰਦਾਰ ਕੁਲਮੀਤ ਸਿੰਘ ਸੰਘਾ ਹੋਰਾਂ ਨਾਲ ਗੱਲਬਾਤ ਕਰਾਂਗੇ। ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਡਾਕਟਰ ਪ੍ਰਗਟ ਸਿੰਘ ਪੁਰਜੀ ਜੀ ਦੇ ਨਾਲ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ ਜਸਕਰਨ ਜੀ, ਔਰ ਸਾਰੇ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਆਦਾਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਅੱਜ ਕੀ ਅਪਡੇਟ ਆ ਇਸ ਵਾਇਰਸ ਬਾਰੇ ਜਾਂ ਇਹਦੇ ਇਲਾਜ ਬਾਰੇ, ਇਹਦੀ ਇਨਫੈਕਸ਼ਨ ਬਾਰੇ ਜੀ? ਅਗਰ ਆਪਾਂ ਕੈਨੇਡਾ ਦੇ ਵਿੱਚ ਕਹੀਏ ਤੇ ਕੇਸਿਸ ਘਟਦੇ ਜਾ ਰਹੇ ਲਗਾਤਾਰ, ਹਸਪੀਟਲ ਐਡਮਿਸ਼ਨ ਘਟਦੀ ਜਾ ਰਹੀਆਂ, ICU ਦੀ ਦਰ ਘਟਦੀ ਜਾ ਰਹੀ ਆ। BC 'ਚ ਜ਼ਰੂਰ ਕੱਲ 50-55 ਨਵੇਂ ਆਏ ਸੀ, ਲੇਕਿਨ ਉਹ ਸਾਰੇ ਲਗਭਗ ਜਿਹੜੀ ਚਿਕਨ ਪ੍ਰੋਸੈਸਿੰਗ ਪਲਾਂਟਸ ਹੈਗੀਆਂ, ਲਗਭਗ 4 ਪਲਾਂਟਸ BC ਦੇ ਵਿੱਚ ਹੈਗੇ ਜਿਹਦੇ ਵਿੱਚ ਵਰਕਰਸ ਪਾਏ ਗਏ ਸੀ। ਸੋ ਇਹਦੇ ਵਿੱਚ ਇੰਨੀ ਡਰਨ ਦੀ ਗੱਲ ਨਹੀਂ ਹੈ, ਲੇਕਿਨ ਜਦ ਤੱਕ ਨੰਬਰ ਥੱਲੇ ਨਹੀਂ ਆਉਂਦੇ ਤਦ ਤੱਕ ਇਹਨਾਂ ਨੇ ਡੇਟਸ ਨਹੀਂ ਦੱਸਣੀਆਂ ਬ੍ਰਿਟਿਸ਼ ਕੋਲੰਬੀਆ 'ਚ। ਔਰ ਸਾਡੇ ਪ੍ਰੀਮੀਅਰ ਸਾਹਿਬ ਨੇ ਕਿਹਾ ਸੀ 11 ਮਈ ਤੱਕ ਫਿਰ ਐਮਰਜੈਂਸੀ ਮੈਜਰਸ ਜਿਹੜੇ ਹੈਗੇ ਲਾਗੂ ਆ। ਲੇਕਿਨ ਡਾਕਟਰ ਬੌਨੀ ਹੈਨਰੀ ਨੇ 2-3 ਗੱਲਾਂ ਕਲੀਅਰ ਕੀਤੀਆਂ ਵੀ ਪਹਿਲੀ ਗੱਲ ਤਾਂ ਤੁਸੀਂ ਬਾਹਰ ਜਾਓ ਤੁਰਨ ਫਿਰਨ, ਜਿੱਦਾਂ ਅਸੀਂ ਪਹਿਲਾਂ ਵੀ ਕਹਿ ਰਹੇ ਸੂਰਜ 'ਚ ਜਾਓ, ਫਰੈਸ਼ ਹਵਾ ਲਓ। ਉਹ ਕਹਿੰਦੇ ਤੁਹਾਡੀ ਸਿਹਤ ਵਾਸਤੇ, ਤੁਹਾਡੀ ਮਾਨਸਿਕਤਾ ਵਾਸਤੇ ਠੀਕ ਆ ਤੁਸੀਂ 6 ਫੁੱਟ ਦਾ ਉਹ ਆਪਣਾ ਡਿਸਟੈਂਸ ਜ਼ਰੂਰ ਬਣਾਈ ਰੱਖੋ, ਲੇਕਿਨ ਬਾਹਰ ਜ਼ਰੂਰ ਜਾਓ। ਦੂਜਾ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਗੋਲਫ ਕੋਰਸ ਆ ਉਹ ਵਿਚਾਰੇ ਆਪੇ ਡਰ ਕੇ ਬੰਦ ਹੋ ਗਏ ਸੀ, ਲੇਕਿਨ ਉਹਨਾਂ ਨੂੰ ਬੰਦ ਕਰਨ ਦੀ ਹਿਦਾਇਤ ਨਹੀਂ ਸੀ। ਲਗਭਗ ਸਾਰੇ ਗੋਲਫ ਕੋਰਸ ਹੁਣ ਖੁੱਲਣ ਜਾ ਰਹੇ ਆ, ਲੇਕਿਨ ਉਹ ਜਿਹੜੀ ਫਿਜ਼ੀਕਲ ਡਿਸਟੈਂਸ ਆ ਉਹ ਰਹੂਗੀ। ਦੂਜਾ ਜਿਹੜੇ ਰੈਸਟੋਰੈਂਟ ਇੰਡਸਟਰੀ ਆ ਉਹ ਪਲੈਕਸੀ ਜਿਹੜਾ ਗਲਾਸ ਜਾਂ ਪਲਾਸਟਿਕ ਹੈਗਾ ਜੋ 6 ਫੁੱਟ ਦਾ ਇੱਕ ਬੂਥ ਤੋਂ ਦੂਜੇ ਬੂਥ ਦੇ ਵਿੱਚ ਆ ਉਹ ਲਾਉਣ ਦੀ ਕੋਸ਼ਿਸ਼ ਕਰ ਰਹੇ ਆ। ਹਰ ਜਿਹੜਾ ਵਿਅਕਤੀ ਅੰਦਰ ਆਊਗਾ ਉਹਨੂੰ ਟੈਂਪਰੇਚਰ ਚੈੱਕ ਕਰਨਾ। ਉਹ ਆਪਣਾ ਪ੍ਰਪੋਜ਼ਲ ਲੈ ਕੇ ਡਾਕਟਰ ਬੌਨੀ ਹੈਨਰੀ ਤੇ ਡਾਕਟਰ ਐਡਰੀਅਨ ਡਿਕਸ ਸਾਹਿਬ ਅੱਗੇ ਲੈ ਕੇ ਆ ਰਹੇ ਆ। ਹੋ ਸਕਦਾ ਉਹਨਾਂ ਨੂੰ ਕੁਝ ਰਾਹਤ ਮਿਲੇ ਕੁਝ ਸਮੇਂ ਵਾਸਤੇ, ਲੇਕਿਨ ਇਹ ਸਾਰੇ ਐਲਾਨ 1 ਹਫ਼ਤੇ ਬਾਅਦ ਹੋਣਗੇ ਹੋਣ ਤੋਂ। ਹੁਣ ਜਿਹੜਾ ਅਮਰੀਕਾ ਦੀ ਗੱਲ ਹੈਗੀ ਆ ਉਹ ਥੋੜੀ ਡਿਫਰੈਂਟ ਹੈ ਕੈਨੇਡਾ ਨਾਲੋਂ। ਅੱਜ ਰਾਤ ਨੂੰ, ਅੱਜ 30 ਤਰੀਕ ਹੈ, ਅੱਜ ਰਾਤ ਨੂੰ ਉਹਨਾਂ ਦੀ ਜਿਹੜੀ ਫਿਜ਼ੀਕਲ ਡਿਸਟੈਂਸ ਜਾਂ ਸੋਸ਼ਲ ਡਿਸਟੈਂਸ ਦੀ ਜਿਹੜੀ ਗਾਈਡਲਾਈਨਸ ਉਹ ਐਕਸਪਾਇਰ ਹੋ ਜਾਣੀ ਆ। ਔਰ ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਆ ਟਰੰਪ ਸਾਹਿਬ, ਉਹ ਕਹਿੰਦੇ ਮੈਂ ਇਹ ਰੀਨਿਊ ਨਹੀਂ ਕਰਨੀ। ਲਗਭਗ ਅੱਧੇ ਸਟੇਟਸ, 50 ਸਟੇਟਸ ਹੈਗੇ ਆ, 25 ਨਾਲੋਂ ਜ਼ਿਆਦਾ ਉਹ ਖੋਲ੍ਹਣਾ ਚਾਹੁੰਦੇ ਆ ਹੌਲੀ ਹੌਲੀ। ਲੇਕਿਨ ਫਿਰ ਵੀ ਲੋਕੀ ਜਿਹੜੇ ਹੈਗੇ ਆ ਉਹ ਕੀ ਫੋਲੋ ਕਰਨਗੇ ਨਹੀਂ ਕਰਨਗੇ, ਕਿਉਂਕਿ ਸਾਨੂੰ ਚਾਈਨਾ ਤੋਂ ਪਤਾ ਲੱਗ ਰਿਹਾ ਵੀ ਉਹਨਾਂ ਨੇ ਚਲੋ ਖੋਲ੍ਹ ਵੀ ਦਿੱਤਾ ਸੀ ਜਦੋਂ 76 ਦਿਨ ਬਾਅਦ। ਉਹਦੇ ਬਾਅਦ ਵੀ ਉਹ ਦੇਖ ਰਹੇ ਆ ਵੀ ਲੋਕੀ ਮਾਸਕ ਲਾਉਂਦੇ ਆ, ਗਲਵਸ ਪਾਉਂਦੇ ਆ, ਫਿਜ਼ੀਕਲ ਡਿਸਟੈਂਸ ਰੱਖ ਰਹੇ ਆ। ਰੈਸਟੋਰੈਂਟਸ 'ਚ ਘਟ ਗਈ, ਰਿਟੇਲ 'ਚ ਘਟ ਗਈ, ਹੋਰ ਪ੍ਰੋਡਕਸ਼ਨ ਲੈਵਲ 'ਚ ਘਟ। ਸੋ ਲੋਕੀ ਕਿਤੇ ਨਾ ਕਿਤੇ ਜਿਹੜੇ ਹੈਗੇ ਆ ਆਪਣੀ ਇਹ ਸਮਝ ਬੁੱਧੀ ਦੇ ਨਾਲ ਜ਼ਿਆਦਾ ਉਹਨੂੰ ਨਹੀਂ ਲੈ ਰਹੇ ਵੀ ਅਸੀਂ ਅਜੇ ਵੀ ਸੇਫ ਰਹਿਣਾ। ਜਿਹੜੀ ਇੱਕ ਗੁੱਡ ਖਬਰ ਆਈ ਆ, ਇੱਕ ਤਾਂ ਜਿਹੜੀ ਇੱਕ ਦਵਾਈ ਆਪਾਂ ਇਬੋਲਾ 'ਚ ਯੂਜ਼ ਕਰਦੇ ਉਹਨੂੰ ਕਹਿੰਦੇ ਰੈਮਡੇਸਿਵਿਰ ਜੀ। ਉਹਦੀ 1000 ਪੇਸ਼ੈਂਟਸ ਦੀਆਂ ਡਿਫਰੈਂਟ ਟਰਾਇਲਸ ਜਿਹੜੀਆਂ ਹੈਗੀਆਂ ਸਾਹਮਣੇ ਆਈਆਂ। ਔਰ ਉਹਦੇ ਵਿੱਚ ਇਹ ਅਨੁਮਾਨ ਲਾਇਆ ਵੀ ਜਿਨ੍ਹਾਂ ਨੂੰ ਉਹ ਦਵਾਈ ਦਿੱਤੀ ਸੀ ਉਹਦੇ 'ਚ 8% ਡੈਥ ਹੋਈਆਂ। ਜਿਨ੍ਹਾਂ ਨੂੰ ਨਹੀਂ ਮਿਲੀ ਸੀ, ਕੋਈ ਹੋਰ ਦਵਾਈ ਜਾਂ ਮਿੱਠੀ ਗੋਲੀ ਦਿੱਤੀ ਸੀ, ਉੱਥੇ 11% ਡੈਥ ਹੋਈਆਂ। ਲੇਕਿਨ ਜਿਸ ਗਰੁੱਪ 'ਚ ਇਹ ਦਵਾਈ ਦਿੱਤੀ ਉਹ ਸਾਰਿਆਂ ਦੇ ਵਿੱਚ ਜਿਹੜਾ ਵਾਇਰਸ ਹੈ ਕਰੀਬਨ 10-11 ਦਿਨ 'ਚ ਕਲੀਅਰ ਹੋ ਗਿਆ, ਔਰ ਦੂਜਿਆਂ ਦੇ ਵਿੱਚ ਕਰੀਬਨ 15 ਦਿਨ ਬਾਅਦ ਕਲੀਅਰ ਹੋਇਆ। ਸੋ ਇਸ ਤੋਂ ਅਨੁਮਾਨ ਲੱਗਦਾ ਵੀ ਇਹ ਵਾਇਰਸ ਆ, ਇਹ ਜਿਹੜੀ ਦਵਾਈ ਆ, ਇਹ ਵਾਇਰਸ ਦਾ ਲੋਡ ਔਰ ਟੋਟਲ ਕਾਊਂਟ ਘਟਾਉਂਦੀ ਆ ਕਰੀਬਨ 30%। ਸੋ ਅੱਜ FDA ਅਮਰੀਕਾ ਨੇ ਮੇਰੇ ਖਿਆਲ ਨਾਲ ਇਹਨੂੰ ਮਾਨਤਾ ਦੇ ਦੇਣੀ ਆ ਵੀ ਟਰਾਈ ਕੀਤੀ ਜਾਏ ਐਸ ਅ ਟ੍ਰੀਟਮੈਂਟ ਆਪਸ਼ਨ। ਦੂਜੀ ਜਿਹੜੀ ਗੱਲ ਸਾਊਥ ਕੋਰੀਆ ਤੋਂ ਆਈ ਆ ਉਹ ਬਹੁਤ ਵਧੀਆ। ਅਸੀਂ ਕਹਿ ਰਹੇ ਸੀ ਵੀ ਇੱਕ ਵਾਰੀ ਤੁਹਾਨੂੰ ਕੋਵਿਡ ਹੋ ਗਿਆ ਕਿ ਦੁਬਾਰਾ ਤੁਸੀਂ ਇਨਫੈਕਟਡ ਹੋ ਜਾਂਦੇ। ਸੋ ਉਹਨਾਂ ਦੀ ਸਟੱਡੀਜ਼ 'ਚ ਆ ਰਿਹਾ ਸੀ ਹਾਂ ਵੀ ਕਈ ਪੇਸ਼ੈਂਟ ਪੋਜ਼ੀਟਿਵ ਆ ਰਹੇ ਆ, ਲੇਕਿਨ ਉਹਨਾਂ ਨੇ ਜਦੋਂ ਉਸ ਵਾਇਰਸ ਦਾ ਪਾਰਟੀਕਲ ਜਿਹੜਾ PCR ਹੋਰ ਸਟੱਡੀ ਕੀਤਾ ਉਹ ਜ਼ਰੂਰ ਟੁਕੜਾ ਹੈਗਾ ਪਾਇਆ ਗਿਆ, ਲੇਕਿਨ ਉਹ ਇਨਫੈਕਸ਼ਨ ਕਰਨ ਦੇ ਲਾਇਕ ਨਹੀਂ ਰਿਹਾ ਅਗਲੇ ਪਾਸੇ ਅਗਰ ਉਹਨਾਂ ਨੇ ਟਰਾਈ ਕੀਤਾ। ਸੋ ਇਹਨੂੰ ਕਹਿੰਦੇ ਫਾਲਸ ਪੋਜ਼ੀਟਿਵ। ਸੋ ਇਹ ਤੋਂ ਜ਼ਾਹਿਰ ਹੁੰਦਾ ਵੀ ਇੱਕ ਵਾਰੀ ਤੁਹਾਨੂੰ ਕੋਵਿਡ ਹੁੰਦਾ ਤੇ ਲਾਈਕਲੀ ਆ ਵੀ ਤੁਹਾਨੂੰ ਦੁਬਾਰਾ ਨਹੀਂ ਹੋਊਗਾ। ਇਹ ਹੁਣ ਸਟੱਡੀ ਤੋਂ ਥੋੜਾ ਆ ਰਿਹਾ ਔਰ ਸਾਨੂੰ ਅਜੇ ਵੇਟ ਕਰਨਾ ਚਾਹੀਦਾ। ਔਰ ਮੈਨੂੰ ਇੱਦਾਂ ਲੱਗਦਾ
ਵੀ ਕਈ ਵਾਰ ਸਾਨੂੰ ਕੁਝ ਚੀਜ਼ਾਂ ਹੁੰਦੀਆਂ ਸਾਡੀ ਬਾਡੀ ਦੇ ਵਿੱਚ ਐਂਟੀਬਾਡੀਜ਼ ਬਣਦੀਆਂ ਔਰ ਕੋਵਿਡ ਦੇ ਅਗੇਂਸਟ ਵੀ ਐਂਟੀਬਾਡੀਜ਼ ਬਣ ਰਹੀਆਂ। ਹੁਣ ਜਿਹੜੀ ਨੈਸ਼ਨਲ ਪੋਸਟ ਨੇ ਅੱਜ ਖਬਰ ਸਾਂਝੀ ਕੀਤੀ ਆ ਵੀ ਠੀਕ ਆ, ਚਾਈਨਾ ਤੋਂ ਕੈਨੇਡਾ 'ਚ ਬਹੁਤ ਲੋਕੀ ਆਉਂਦੇ ਜਾਂਦੇ ਆ, ਵੂਹਾਨ ਤੋਂ ਵੀ ਆਉਂਦੇ ਜਾਂਦੇ ਸੀ। ਕਿ ਵੂਹਾਨ ਤੋਂ ਵਾਇਰਸ ਇੱਥੇ ਆਇਆ? ਲੇਕਿਨ ਹੈਰਾਨੀ ਵਾਲੀ ਗੱਲ ਆ ਵੀ ਜਿਹੜੇ ਪਹਿਲੇ 1200 ਪੇਸ਼ੈਂਟ ਉਹਨਾਂ ਨੇ ਓਨਟਾਰੀਓ 'ਚ ਦੇਖੇ, 450 ਅਮਰੀਕਾ ਤੋਂ ਆਏ ਸੀ। ਬਾਕੀ ਬਹੁਤ ਵੱਡੀ ਮਾਤਰਾ 'ਚ ਜਿਹੜੇ ਯੂਰਪ ਤੋਂ ਆਏ ਸੀ, ਯੂਕੇ, ਫਰਾਂਸ, ਜਰਮਨੀ, ਇਟਲੀ, ਜਿਹੜੇ ਇੱਥੇ ਘੁੰਮ ਰਹੇ ਸੀ। ਔਰ ਸਿਰਫ 4 ਪੇਸ਼ੈਂਟ ਸੀ ਜਿਹੜੇ ਚਾਈਨਾ ਤੋਂ ਆਏ ਸੀ। ਔਰ ਸੇਮ ਹੀ 1000 ਪੇਸ਼ੈਂਟ ਪਹਿਲੇ ਮੁੱਢਲੇ ਡੇਟਾ ਜਿਹੜਾ ਕਿਊਬੈਕ ਦਾ ਉਹਨਾਂ ਨੇ ਦੇਖਿਆ, ਉਹਦੇ 'ਚ ਵੀ 400 ਤੋਂ ਜ਼ਿਆਦਾ ਜਿਹੜਾ ਹੈਗਾ ਉਹ ਅਮਰੀਕਨ ਸੀ। ਤੁਸੀਂ ਦੇਖੋਗੇ ਅਸੀਂ ਜਿਹੜਾ ਚਾਈਨਾ ਤੋਂ ਪਲੇਨ ਜਿਹੜੇ ਹੈਗੇ ਆ ਉਹ ਫੈਬਰੂਅਰੀ ਦੇ ਮਿਡਲ 'ਚ ਜਿਹੜੇ ਹੈਗੇ ਆ ਫਲਾਈਟਾਂ ਬੰਦ ਕਰਤੀਆਂ ਸੀ, ਕਿਉਂਕਿ ਡਰ ਸੀ ਵੀ ਉੱਥੋਂ ਵਾਇਰਸ ਇੱਥੇ ਨਾ ਆਏ। ਲੇਕਿਨ ਬਹੁਤ ਲੇਟ ਆ ਜਿਹੜਾ ਅਮਰੀਕਾ ਕੈਨੇਡਾ ਦਾ ਬਾਰਡਰ ਸੀਲ ਹੋਇਆ ਔਰ ਟਰੈਵਲਿੰਗ ਸੀਲ ਹੋਈ। ਸੋ ਇਸ ਤੋਂ ਜ਼ਾਹਿਰ ਹੁੰਦਾ ਵੀ ਜਿਹੜਾ ਕੈਨੇਡਾ ਦੇ ਵਿੱਚ ਇਹ ਵਾਇਰਸ ਹੈਗਾ ਲਗਭਗ ਬਹੁਤ ਵੱਡੀ ਮਾਤਰਾ 'ਚ ਅਮਰੀਕਾ ਤੋਂ ਆਇਆ ਔਰ ਯੂਰਪ ਤੋਂ ਆਇਆ, ਔਰ ਬਹੁਤ ਘੱਟ ਮਾਤਰਾ 'ਚ ਟੂਕ ਮਾਤਰ ਕਹਿ ਸਕਦੇ ਹਾਂ ਵੀ ਚਾਈਨਾ ਤੋਂ ਆਇਆ। ਤੀਜੀ ਗੱਲ ਜਿਹੜੀ ਹੈਗੀ ਆ ਇਹਦੇ ਵਿੱਚ ਸਾਰੇ ਕਹਿੰਦੇ ਆ ਵੀ ਅਸੀਂ ਹੁਣ ਲਾਕਡਾਊਨ ਖੋਲਣਾ। ਹੁਣ ਦੇਖੋ ਉਹ ਹੈਗਾ ਮਤਲਬ ਵੀ ਸਟੈਪ ਬਾय ਸਟੈਪ ਚੱਲੂਗਾ। ਜਿਹੜੇ ਇਲੈਕਟਿਵ ਸਰਜਰੀਜ਼ ਆ ਉਹ ਸਭ ਤੋਂ ਪਹਿਲੋਂ ਜਿਹੜੀਆਂ ਉਹ ਕੀਤੀ ਜਾਣਗੀਆਂ। ਕਰੀਬਨ 28 ਤੋਂ 30 ਹਜ਼ਾਰ ਸਰਜਰੀਜ਼ ਇਸ ਵੇਲੇ BC ਦੇ ਵਿੱਚ ਪਿੱਛੇ ਪੈ ਚੁੱਕੀਆਂ ਜਦੋਂ ਉਹ ਨਹੀਂ ਹੋ ਰਹੀਆਂ ਸੀ। ਸੋ ਉਹਨਾਂ ਨੂੰ ਪਹਿਲਾ ਜਿਹੜਾ ਹੈਗਾ ਮੌਕਾ ਦਿੱਤਾ ਜਾਊਗਾ। ਜਿਹੜੇ ਡੈਂਟਿਸਟ ਆ ਉਹਨਾਂ ਦੀ ਲੌਬੀ ਸਟਰੋਂਗ ਆ, ਉਹਨਾਂ ਨੂੰ ਵੀ ਸ਼ਾਇਦ ਉਹ ਪੇਸ਼ੈਂਟਸ ਵੇਟਿੰਗ ਰੂਮ 'ਚ 6-6 ਫੁੱਟ ਤੇ ਬਿਠਾਉਣਗੇ, ਇੱਕ ਕਮਰੇ ਦੇ ਵਿੱਚ ਹੀ ਦੇਖਦੇ, ਕਿਉਂਕਿ ਇੱਕੋ ਹੀ ਟੇਬਲ ਹੁੰਦਾ। ਉਹ ਸਾਰੇ ਮੈਜਰਸ ਜਿਹੜੇ ਹੈਗੇ ਪ੍ਰੋਟੈਕਟਿਵ ਮੈਜਰਸ ਜਿਹੜੇ ਲਿੱਤੇ ਜਾਣਗੇ। ਮੈਨੂੰ ਲੱਗਦਾ ਮੈਡੀਕਲ ਕਲੀਨਿਕਸ ਵੀ ਆਪਰੇਸ਼ਨਲ ਹੋਣਗੀਆਂ। ਆਲਰੇਡੀ ਮੇਰੇ ਆਫਿਸ ਦੇ ਵਿੱਚ ਵੀ ਅਸੀਂ ਪਲੈਕਸੀ ਗਲਾਸ ਵਗੈਰਾ ਤੇ ਹਰ ਚੀਜ਼ ਲਾਈ ਹੈ ਤਾਂ ਕਿ 6-6 ਫੁੱਟ ਦਾ ਡਿਸਟੈਂਸ ਰਹੇ, ਪ੍ਰੋਟੈਕਟਿਵ ਮੈਜਰਸ ਰਹੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇੱਕ ਨਵਾਂ ਨਾਰਮ ਬਣੂਗਾ, ਇੱਕ ਨਵਾਂ ਜਿਹੜਾ ਹੈਗਾ ਇੱਕ ਪੈਟਰਨ ਚੱਲੂਗਾ। ਜਿਹੜੀ ਰੈਸਟੋਰੈਂਟ ਇੰਡਸਟਰੀ ਆ ਉਹ ਵੀ ਵਾਅਦਾ ਕਰ ਰਹੀ ਆ, ਰਿਟੇਲ ਵਾਲੇ ਵੀ ਵਾਅਦਾ ਕਰ ਰਹੇ ਆ, ਬਟ ਇਹ ਹੌਲੀ ਹੌਲੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਡੇ ਸਾਹਮਣੇ ਆਉਣਗੀਆਂ। ਡਾਕਟਰ ਸਾਹਿਬ, ਇਹਦੇ ਨਾਲ ਕਿੰਨਾ ਕੁ ਬਚਾਅ ਹੋ ਜਾਊਗਾ ਜੇ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਵੀ ਗਲਾਸ ਦੇ ਨਾਲ ਜਾਂ ਪਲਾਸਟਿਕ ਦੀ ਲਾ ਕੇ ਕੁਝ ਦੀਵਾਰ ਜੀ ਬਣਾ ਦਿੱਤੀ ਜਾਵੇ, ਜਾਂ ਰੈਸਟੋਰੈਂਟ ਦੇ ਵਿੱਚ ਜਿੰਨੇ ਵੀ ਟੇਬਲ ਆ ਹਰ ਇੱਕ ਟੇਬਲ ਨੂੰ ਅਲੱਗ ਕਰ ਦਿੱਤਾ ਜਾਵੇ ਤੇ ਟੈਂਪਰੇਚਰ ਚੈੱਕ ਕੀਤਾ ਜਾਵੇ, ਇਹਦੇ ਨਾਲ ਕਿੰਨਾ ਕੁ ਬਚਾਅ ਹੋਊਗਾ ਜੀ? ਦੇਖੋ ਅਗੇਨ ਕੋਈ ਸਟੱਡੀ ਨਹੀਂ ਹੈਗੀ, ਇਹ ਫਿਜ਼ੀਕਲ ਡਿਸਟੈਂਸ ਦੇ ਆਧਾਰ ਦੇ ਉੱਤੇ ਇੱਕ ਪਲੇਟਫਾਰਮ ਹੈਗਾ। ਕਿਉਂਕਿ ਅਗਰ ਸਮਝੋ ਮੈਨੂੰ ਖਾਂਸੀ ਆ ਜਾਂਦੀ ਹੈ ਔਰ ਉਹ ਕੋਈ ਬੈਰੀਅਰ ਜਾਂ ਸ਼ੀਲਡ ਆ, ਤਾਂ ਅਸੀਂ ਪ੍ਰੀਜ਼ਿਊਮ ਕਰ ਸਕਦੇ ਹਾਂ ਵੀ ਬਹੁਤ ਵੱਡਾ ਲੋਡ ਜਿਹੜਾ ਹੈਗਾ ਮਟੀਰੀਅਲ ਦਾ ਦੂਜੇ ਪਾਸੇ ਨਹੀਂ ਗਿਆ। ਲੇਕਿਨ ਹੁਣ ਗਲਾਸ ਦੇ ਉੱਤੇ ਵੀ ਹਵਾ, ਔਰ ਜਿੱਥੋਂ ਦੀ ਥੱਲਿਓ ਦੀ ਆਪਾਂ MSP ਕਾਰਡ ਦੇਣਾ ਜਾਂ ਕ੍ਰੈਡਿਟ ਕਾਰਡ ਦੇਣਾ ਅਗਰ ਰੈਸਟੋਰੈਂਟ 'ਚ ਆ, ਉੱਥੇ ਵੀ ਹਵਾ ਹੈਗੀ ਆ। ਸੋ ਕੁਛ ਤਾਂ ਪਾਰਟੀਕਲ ਜਾਣਗੇ। ਇੱਕ ਸਿਕਿਉਰਿਟੀ ਮੈਜਰ ਆ, ਲੇਕਿਨ ਹਰ ਇੱਕ ਨੂੰ ਮਾਸਕ ਲਾਉਣਾ ਚਾਹੀਦਾ ਜਿਹੜੇ ਮਤਲਬ ਆਫਿਸਾਂ 'ਚ ਕੰਮ ਕਰਦੇ, ਖਾਸ ਕਰਕੇ ਮੈਡੀਕਲ ਆਫਿਸਿਸ 'ਚ ਔਰ ਰੈਸਟੋਰੈਂਟ 'ਚ ਵੀ। ਮੇਰੇ ਖਿਆਲ ਨਾਲ ਇਨੀਸ਼ੀਅਲੀ ਜਿਹੜੇ ਸਰਵਰਸ ਵਗੈਰਾ ਹੈਗੇ ਦੂਜੇ ਆ, ਉਹਨਾਂ ਨੂੰ ਵੀ ਸ਼ਾਇਦ ਪ੍ਰੋਟੈਕਟਿਵ ਗੇਅਰ ਜ਼ਿਆਦਾ ਕਰਨਾ ਪਵੇ। ਜਿਹੜਾ ਨਾ ਟੈਂਪਰੇਚਰ ਚੈੱਕ ਹੈਗਾ, ਇਹ ਵੀ ਮਤਲਬ ਇੱਕ ਮੈਜਰ ਰੈਸਟੋਰੈਂਟ ਵਾਲੇ ਪੁੱਟ ਫਾਰਵਰਡ ਕਰ ਰਹੇ ਆ ਵੀ ਅੱਜ ਕੱਲ੍ਹ ਡਿਜੀਟਲ ਹੈਗਾ ਵੀ ਤੁਹਾਨੂੰ ਹੱਥ ਖਾਲੀ ਮੱਥੇ ਦੇ ਉੱਤੇ ਉਹ ਜਿੱਦਾਂ ਅਲਟਰਾਸਾਊਂਡ ਵੇਵ ਦੇ ਨਾਲ ਹੀ ਪਤਾ ਲੱਗ ਜਾਂਦਾ। ਔਰ ਅਗਰ ਕਿਸੇ ਨੂੰ ਹੈਗਾ ਬੁਖਾਰ, ਉਹਨੂੰ ਰੈਸਟੋਰੈਂਟ 'ਚ ਨਾ ਅੰਦਰ ਆਉਣ ਦਿੱਤਾ ਜਾਵੇ। ਸੋ ਇਹ ਸਾਰੇ ਕਿਸੇ ਨੂੰ ਨਹੀਂ ਪਤਾ ਇਹਦਾ ਕੀ ਹੋਣਾ। ਲੇਕਿਨ ਕਿਉਂਕਿ ਅਮਰੀਕਾ ਦੇ ਵਿੱਚ ਈਵਨ ਉਹ ਜਿਹੜਾ ਫਿਜ਼ੀਕਲ ਡਿਸਟੈਂਸ ਦੀ ਜਿਹੜੀ ਉਹਨਾਂ ਦੀ ਗਾਈਡਲਾਈਨ ਸੀ, ਉਹ ਵੀ ਅੱਜ ਤੋਂ ਬਾਅਦ ਖਤਮ ਆ। ਲੇਕਿਨ ਉਹ ਸਾਡੇ ਲਈ ਇੱਕ ਵੇਟਿੰਗ ਟੈਸਟ ਹੋਊਗਾ ਵੀ ਉੱਥੇ ਕੀ ਹੁੰਦਾ। ਕਿਉਂਕਿ ਪ੍ਰੈਜ਼ੀਡੈਂਟ ਟਰੰਪ ਨੂੰ ਪੁੱਛਿਆ ਵੀ ਰੈਸਟੋਰੈਂਟ ਹੈਗਾ 180 ਦਾ, ਤੇ ਉਹਦੇ ਵਿੱਚ ਸਿਰਫ ਆਪਾਂ ਅਗਰ 30 ਹੀ ਵਿਅਕਤੀ ਅਲਾਉ ਕਰੀਏ ਤੇ ਪ੍ਰੈਜ਼ੀਡੈਂਟ ਖਫਾ ਹੋ ਗਏ, ਕਹਿੰਦੇ ਫਿਰ ਮਜ਼ਾ ਨਹੀਂ ਆਉਂਦਾ ਰੈਸਟੋਰੈਂਟ ਦੇ ਵਿੱਚ ਗਹਿਮਾ ਗਹਿਮੀ ਜਦ ਤੱਕ ਨਾ ਹੋਏ। ਸੋ ਉਹਨਾਂ ਦਾ ਅਲੱਗ ਸਿਸਟਮ ਹੈਗਾ। ਉਹ ਈਵਨ ਕਹਿੰਦੇ ਵੀ ਕੋਈ ਗੇਮ ਹੈਗਾ ਔਰ ਸਟੇਡੀਅਮ ਦੀ ਕੈਪੈਸਿਟੀ ਹੈਗੀ ਹੈ 1,20,000 ਦੀ, ਤੇ ਸਿਰਫ 20,000 ਰੱਖੀਏ ਤੇ ਗੇਮ ਮਜ਼ੇ 'ਚ ਨਹੀਂ ਹੁੰਦੀ। ਲੇਕਿਨ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਸਾਨੂੰ ਵਾਚ ਕਰਨੀਆਂ ਚਾਹੀਦੀਆਂ, ਸਾਨੂੰ ਕੰਜ਼ਰਵੇਟਿਵਲੀ ਹੀ ਸਟੈਪ ਲੈਣੇ ਚਾਹੀਦੇ ਆ, ਸਾਨੂੰ ਹੋਸ਼ਾਪਨ ਨਹੀਂ ਕਰਨਾ ਚਾਹੀਦਾ। ਜਿੱਦਾਂ ਹੁਣ ਇੱਕ ਸਮਝੋ ਦੀ ਇੱਥੋਂ ਦੀ ਅਸੀਂ ਅਗਰ ਡਿਜ਼ਨੀਲੈਂਡ ਜਾਣਾ, ਜਦੋਂ ਮੇਰੇ ਬੱਚੇ ਛੋਟੇ ਸੀ, ਈਵਨ ਮੇਰੇ ਕੋਲ ਇਨਫ ਪੈਸਾ ਵੀ ਨਹੀਂ ਸੀ ਟੂ ਬੀ ਓਨੈਸਟ, ਤੇ ਅਸੀਂ ਡਰਾਈਵ ਕਰਕੇ ਜਾਂਦੇ ਸੀ ਡਿਜ਼ਨੀਲੈਂਡ। ਤੇ ਉਹ ਕਰੀਬਨ ਇੱਕ ਦਿਹਾੜੀ ਤੁਹਾਨੂੰ ਰੁਕਣਾ ਪੈਂਦਾ, ਦੂਜੇ ਦਿਨ ਸ਼ਾਮ ਨੂੰ ਅੱਪੜਦੇ ਤੁਸੀਂ। ਸੋ ਉਹ ਹੌਲੀ ਤੁਹਾਡੇ ਪੜਾਅ ਆਉਂਦੇ ਆ। ਇਸ ਲਈ ਅਸੀਂ ਇਮੀਡੀਏਟਲੀ ਜਿਹੜਾ ਹੁਣ ਸਾਡੀ ਜਿਹੜੀਆਂ ਹੈਗੀਆਂ ਨਾ ਐਕਸਲਰੇਟਰ ਦੇ ਉੱਤੇ ਪੈਰ ਰੱਖਿਆ ਹੋਇਆ,
ਉਹ ਹੂੰ ਇਮੀਡੀਏਟਲੀ ਨਹੀਂ ਚੱਕਣਾ ਵੀ ਕਾਰ ਖੜੀ ਹੋ ਜਾਏ। ਅਸੀਂ ਹੌਲੀ 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 ਆਪਣਾ ਕੰਮ ਕਰੀ ਜਾਣਾ। ਲੇਕਿਨ ਆਪਣੇ ਆਪ ਨੂੰ ਬਚਾਉਣ ਵਾਸਤੇ ਤੁਹਾਨੂੰ ਇਹ ਜਿਹੜੇ ਸੋਸ਼ਲ ਡਿਸਟੈਂਸ ਹੈਗਾ, ਹੈਂਡ ਵਾਸ਼ਿੰਗ ਹੈਗਾ, ਮਾਸਕ ਲਾਉਣਾ ਹੈਗਾ, ਇਹ ਲਗਭਗ ਬਹੁਤ ਲੰਬੇ ਅਰਸੇ ਤੱਕ ਕਰਨਾ ਪਏਗਾ। ਔਰ ਜਦ ਤੱਕ ਹੈਲਥ ਅਥਾਰਟੀਜ਼ ਨਹੀਂ ਕਹਿੰਦੀਆਂ ਤਦ ਤੱਕ ਅਸੀਂ ਕੋਈ ਸਟੈਪ ਨਹੀਂ ਲੈਣਾ। ਡਾਕਟਰ ਸਾਹਿਬ, ਡਾਕਟਰਸ ਦੇ ਕਲੀਨਿਕ ਦੇ ਵਿੱਚ ਕੀ ਹੋਊਗਾ? ਤੁਹਾਡੇ ਕਲੀਨਿਕ ਦੇ ਵਿੱਚ ਹੁਣ ਕੋਈ ਬੱਚਿਆਂ ਨੂੰ ਲੈ ਕੇ ਆਉਂਦੇ ਆ, ਉੱਥੇ ਕੀ ਕਰ ਰਹੇ ਹੋ ਤੁਸੀਂ, ਜਾਂ ਕੀ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦਾ ਉਹ ਮਾਹੌਲ ਹੋਊਗਾ? ਕਿ ਉੱਥੇ ਵੀ ਸੈਪਰੇਸ਼ਨ ਹੋਊਗੀ ਜਾਂ ਤੁਸੀਂ ਚੈੱਕ ਕਿੱਦਾਂ ਕਰੋਗੇ? ਜੀ, ਮੇਰੇ ਕੋਲ 2 ਜਿਹੜਾ ਹੈਗੇ ਐਗਜ਼ਾਮੀਨੇਸ਼ਨ ਰੂਮ ਹੈਗੇ ਆ। ਆਫਿਸ ਦੇ ਵਿੱਚ ਕਰੀਬਨ 20 ਚੇਅਰਾਂ ਹੁੰਦੀਆਂ, ਲੇਕਿਨ ਅਸੀਂ ਹੁਣ ਇੱਦਾਂ ਕੀਤੀਆਂ ਵੀ ਕਰੀਬਨ 8 ਰਹਿਣ ਦਿੱਤੀਆਂ, ਉਹਦੇ 'ਚ ਗੈਪ ਰੱਖਿਆ ਹੋਇਆ। ਹੁਣ ਇੱਕ ਬੱਚਾ ਆਉਂਦਾ, ਕਈ ਵਾਰ ਉਹਦੇ ਪੈਰੈਂਟਸ ਵੀ, ਗ੍ਰੈਂਡ ਪੈਰੈਂਟਸ ਵੀ ਹੁੰਦੇ ਆ, ਉਹਨਾਂ ਨੂੰ ਕਿਹਾ ਜਾ ਰਿਹਾ ਵੀ ਤੁਸੀਂ ਅਗਰ ਆਏ ਵੀ ਹੋ ਤੇ ਪਲੀਜ਼ ਪਾਰਕਿੰਗ ਲੋਟ 'ਚ ਕਾਰ 'ਚ ਬੈਠੋ। ਇੱਕ ਵਿਅਕਤੀ ਹੀ ਬੱਚੇ ਦੇ ਨਾਲ ਆਵੇ, ਜਿਹੜਾ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ। ਔਰ ਅਗਰ ਬੱਚੇ ਨੂੰ ਕੋਈ ਸਿੰਪਟਮਸ ਹੈਗੇ ਆ ਫੀਵਰ ਦੇ, ਜਾਂ ਮਤਲਬ ਸਾਨੂੰ ਕੋਵਿਡ ਟੋਸ ਜਾਂ ਸ਼ੱਕ ਪੈਂਦਾ, ਤਾਂ ਅਸੀਂ ਉਹ ਫਿਰ ਬਹੁਤ ਪਹਿਲਾਂ ਜਾਂ ਬਹੁਤ ਲਾਸਟ ਦੇਖਾਂਗੇ ਵੀ ਉਹ ਦੂਜਿਆਂ ਨੂੰ ਮਤਲਬ ਜਿਹੜਾ ਹੈਗਾ ਉਹ ਜਿਹੜਾ ਇਨਫੈਕਸ਼ਨ ਨਾ ਸਪਰੈਡ ਕਰੇ, ਪ੍ਰੀਜ਼ਿਊਮਬਲੀ ਵੀ ਸ਼ੱਕ ਦੇ ਤੌਰ ਦੇ ਉੱਤੇ। ਔਰ ਜਿਹੜੇ ਸਾਡੇ ਕਲੀਨਰਸ ਆ, ਪਹਿਲੋਂ ਹਰ ਦੂਜੇ ਦਿਨ ਹੁੰਦੇ ਸੀ, ਹੁਣ ਅਸੀਂ ਉਹਨਾਂ ਨੂੰ ਕਿਹਾ ਵੀ ਐਵਰੀਡੇ ਤੁਸੀਂ ਸਵੇਰੇ ਵੀ ਆਉਣਾ, ਸ਼ਾਮੀ ਵੀ ਆਉਣਾ, ਤਾਂ ਕਿ ਡਿਸਇਨਫੈਕਸ਼ਨ ਜਿਹੜੀ ਹੈਗੀ ਆ ਉਹ ਚੱਲਦੀ ਰਹੇ। ਜਿਹੜੇ ਆਫਿਸ ਦੇ ਵਿੱਚ ਹੈਗੇ ਆ ਹੈਂਡ ਸੈਨੀਟਾਈਜ਼ਰ, ਉਹ ਪੇਸ਼ੈਂਟ ਯੂਜ਼ ਵਾਸਤੇ, ਫੈਮਿਲੀ ਯੂਜ਼ ਵਾਸਤੇ, ਸਾਰਿਆਂ ਦੇ ਵਾਸਤੇ ਉੱਥੇ ਪਏ ਹੋਏ ਆ। ਸੋ ਹਰ ਇੱਕ ਆਫਿਸ ਨੂੰ, ਔਰ ਨਾਲੇ ਪਲੈਕਸੀ ਗਲਾਸ ਜਿਹੜਾ ਮੈਂ ਕਿਹਾ ਸੀ, ਜਿਹੜੀ ਰਿਸੈਪਸ਼ਨਿਸਟ ਜੀ ਆ ਜੀ। ਉਹਦੇ ਵਿੱਚ, ਹੋਰ ਜਿਹੜਾ ਜਿਹੜੇ ਪੇਸ਼ੈਂਟ ਆਉਂਦੇ ਆ ਉਹਨਾਂ ਤੇ ਹੋਊਗਾ। ਔਰ ਥੱਲੇ ਇੱਕ ਸਲੋਟ ਆ ਜਿੱਥੇ ਪੇਪਰ ਜਾਂ MSP ਕਾਰਡ ਜਾਂ ਹੋਰ ਕੁਝ ਵੀ ਜਿਹੜਾ ਹੈਗਾ ਕਰਨਾ। ਸੋ ਇਹ ਸਾਰੀਆਂ ਚੀਜ਼ਾਂ ਸਾਨੂੰ, ਹੈਂਡ ਵਾਸ਼ਿੰਗ, ਚਲੋ ਉਹ ਤਾਂ ਹਰ ਆਫਿਸ 'ਚ ਹੁੰਦਾ ਹੀ ਆ, ਸਿੰਕ ਔਰ ਸਾਬਣ ਔਰ ਪਾਣੀ ਦਾ ਹੁੰਦਾ ਹੀ। ਇਹ ਸਾਰੀ ਚੀਜ਼ਾਂ ਸਾਨੂੰ ਕੌਸ਼ੀਅਸਲੀ ਕਰਨੀਆਂ ਪੈਣੀਆਂ। ਹੌਲੀ 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 ਸਾਨੂੰ ਜ਼ਿੰਦਗੀ ਜਿਹੜੀ ਹੈਗੀ ਕਰੀਬਨ 2 ਸਾਲ ਬਾਅਦ, ਜਿਹੜੀ ਪਹਿਲੋਂ ਅਸੀਂ ਜਿੰਦੇ ਸੀ, ਸ਼ਾਇਦ ਉਸ ਲੈਵਲ ਤੱਕ ਅੱਪੜੀਏ। ਸਾਨੂੰ ਇਹ ਵੀ ਨਹੀਂ ਪਤਾ ਵੀ ਇਹਦੀ ਸੈਕਿੰਡ ਵੇਵ ਆਊਗੀ ਕਿ ਨਹੀਂ ਆਊਗੀ। ਅਗਰ ਆਉਂਦੀ ਆ, ਸਿਆਲਾਂ 'ਚ ਆਉਂਦੀ ਆ, ਕਿੱਦਾਂ ਹੁੰਦੀ ਆ, ਕਿੱਦਾਂ ਉਹਦੇ ਨਾਲ ਕੋਪ ਕਰਨਾ, ਇਹ ਸਾਰੀਆਂ ਚੀਜ਼ਾਂ ਜਦੋਂ ਡਾਕਟਰ ਬੋਨੀ ਹੈਨਰੀ ਜਾਂ ਡਾਕਟਰ ਥਰੀਸਾ ਟੈਮ, ਫੈਡਰਲ ਜਿਹੜੇ ਹੈਗੇ ਸਾਡੇ ਚੀਫ ਮੈਡੀਕਲ ਆਫਿਸਰ, ਉਹ ਦੱਸਣਗੇ, ਉਸ ਹਿਸਾਬ ਦੇ ਨਾਲ ਚੱਲਾਂਗੇ। ਲੇਕਿਨ ਫਿਰ ਮੈਂ ਕਹਿ ਰਿਹਾ ਵੀ ਅਸੀਂ ਹੁਣ ਥੱਲੇ ਨੂੰ ਆ ਰਹੇ ਹਾਂ। ਸਾਡੇ ਕੇਸਿਸ ਕਾਫੀ ਘਟ ਗਏ ਆ, ਕਰੀਬਨ 3200 ਦੇ ਲਾਗੇ ਚਾਗੇ ਡੈਥਸ ਦੀ ਹੈਗੀ ਕੈਨੇਡਾ ਦੇ ਵਿੱਚ। ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਨੰਬਰ 'ਚ ਆ। ਉਹ ਐਕਸਪੈਕਟ ਕਰ ਰਿਹਾ ਵੀ ਸਮਰ ਤੱਕ ਉਹਨਾਂ ਦੀ ਡੈਥ ਰੇਟ 100,000 ਤੱਕ ਜਾਊਗੀ। ਸਾਡਾ ਜਿਹੜਾ ਮਾਡਲ ਪ੍ਰਿਡਿਕਟ ਕੀਤਾ ਸੀ ਬਈ ਮਈ 5 ਤੱਕ 3200 ਤੋਂ 3800, ਮੈਨੂੰ ਲੱਗਦਾ ਵੀ 3800 ਦੇ ਲਾਗੇ ਚਲੇ ਜਾਣਾ, ਕਿਉਂਕਿ 3150 ਕਿ 3180 ਦੇ ਲਾਗੇ ਚਾਗੇ ਅਸੀਂ ਇਸ ਵੇਲੇ ਖਲੋਤੇ। ਔਰ ਨੰਬਰ ਚੇਂਜ ਹੁੰਦੇ ਰਹਿੰਦੇ ਆ। ਜਿਹੜੇ ਨਾ ਪਹਿਲੇ 1000 ਡੈਥ ਸੀ, ਉਹਦਾ ਵੀ ਵਿਸ਼ਲੇਸ਼ਣ ਅੱਜ CBC ਨੇ ਦੱਸਿਆ। ਜੀ ਉਹਦੇ 'ਚ ਇਹ ਦੱਸਿਆ ਵੀ ਬਹੁਤ ਸਾਰੇ ਬਜ਼ੁਰਗਵਾਰ ਲੋਕ ਜਿਹੜੇ ਰੈਸੀਡੈਂਸ਼ੀਅਲ ਕੇਅਰ ਹੋਮ 'ਚ ਸੀ, ਉਹ ਸਨ। ਇੱਕ 20 ਸਾਲ ਦੀ ਮਤਲਬ ਪੜ੍ਹਦੇ ਸੀ ਯੂਨੀਵਰਸਿਟੀ 'ਚ, ਉਹ ਸੀ। ਇੱਕ ਕੇਅਰ ਟੇਕਰ ਸੀ 47 ਸਾਲ ਦਾ, ਜਿਹੜਾ ਨਰਸਿੰਗ ਹੋਮ 'ਚ ਕੇਅਰ ਕਰਦਾ ਹੁੰਦਾ ਸੀ। ਵੱਖ-ਵੱਖ ਕਿੱਤੇ 'ਚ, ਵੱਖ-ਵੱਖ ਏਜ 'ਚ। ਬਟ ਅਗਰ ਆਪਾਂ ਦੇਖੀਏ, ਜਿਹੜਾ ਯੰਗ ਪੋਪੂਲੇਸ਼ਨ ਆ, ਉਹ ਬਹੁਤ ਘੱਟ ਹਸਪੀਟਲ ਗਿਆ, ਬਹੁਤ ਘੱਟ ਹਸਪੀਟਲ ਇਨਫੈਕਸ਼ਨ ਹੋਈ ਉਹਨਾਂ ਨੂੰ, ਔਰ ਡੈਥ ਰੇਟ ਉਹਨਾਂ ਦਾ ਬਹੁਤ ਘੱਟ ਆ। 56% ਜਿਹੜੀ ਸਾਰੇ ਡੈਥ ਹੋਣ ਵੀ ਹੈਗੇ ਆ, ਔਰ 60 ਸਾਲ ਤੋਂ ਉੱਤੇ ਦੱਸੇ ਰੈਸੀਡੈਂਸ਼ੀਅਲ ਕੇਅਰ ਹੋਮ 'ਚ ਦੱਸੇ ਜਾਂਦੇ ਆ। ਔਰ 90% ਡੈਥ ਜਿਹੜੀ ਹੈਗੀ ਆ 60 ਸਾਲ ਤੋਂ ਉਤਲੀ ਉਮਰ ਦੇ ਦੱਸੇ ਜਾਂਦੇ ਆ। ਅੱਜ ਇੱਕ ਕੰਟਰੀ ਜਿਹਨੇ ਕਹਿ ਦਿੱਤਾ ਵੀ ਸਾਡੇ ਕੋਲ ਨਵੇਂ ਕੇਸਿਸ ਨਹੀਂ ਹੈਗੇ, ਉਹ ਹੈਗੇ ਸਾਊਥ ਕੋਰੀਆ। ਉਹਨਾਂ ਨੇ ਕਹਿ ਦਿੱਤਾ ਵੀ ਸਾਡੇ ਆਵਾਮ 'ਚ ਕੋਈ ਨਵਾਂ ਕੇਸ ਨਹੀਂ ਹੈਗਾ, ਪਿਛਲੇ ਕਈ ਦਿਨਾਂ ਤੋਂ ਚੈੱਕਅਪ ਕਰ ਰਹੇ ਸੀ। ਸੋ ਸਾਡਾ ਵੀ ਇਹ ਅੱਛੇ ਦਿਨ ਆਉਣਗੇ, ਅੱਛਾ ਟਾਈਮ ਆਊਗਾ ਵੀ ਸਾਡੇ ਵੀ ਕੇਸ ਹੌਲੀ ਹੌਲੀ 0 ਤੱਕ ਅੱਪੜਨਗੇ। ਡਾਕਟਰ ਸਾਹਿਬ, ਤੁਸੀਂ ਇੱਕ ਡਰੱਗ ਦਾ ਜ਼ਿਕਰ ਕੀਤਾ ਸ਼ੁਰੂ ਦੇ ਵਿੱਚ, ਰੈਮਡੇਸਿਵੀਰ, ਤੁਸੀਂ ਇੱਦਾਂ ਦਾ ਨਾਂ ਲੈ ਰਹੇ ਸੀ ਵੀ ਉਹਦਾ ਜੀ ਇਹਦੇ ਜੀ ਉੱਤੇ ਅਸਰ ਹੈਗਾ ਆ ਕੋਵਿਡ-19 ਦੇ ਉੱਤੇ। ਉਹ ਕੀ ਵੈਕਸੀਨ ਆ, ਜਾਂ ਉਹ ਇਹ ਵਾਇਰਸ ਨੂੰ ਮਾਰ ਦਿੰਦੀ ਆ, ਜਾਂ ਇਹਦਾ ਕੋਈ ਉਹ ਕਿੱਦਾਂ ਕੰਮ ਕਰਦੀ ਹੈ? ਜੇ ਉਹ ਉਹਦੇ ਇਫੈਕਟ ਦਿਸਣ ਲੱਗ ਪਿਆ ਤਾਂ ਇਹ ਹੱਲ ਹੋ ਸਕਦਾ ਹੈ ਇਸ ਵਾਇਰਸ? ਜੀ, ਜਿੱਦਾਂ ਨਾ ਐਂਟੀਵਾਇਰਲ ਆਪਾਂ ਟੈਮੀਫਲੂ ਕਰਦੇ ਇਨਫਲੂਐਂਜ਼ਾ ਵਾਸਤੇ, ਜੀ ਉਹ ਇਨਫਲੂਐਂਜ਼ਾ ਦੇ ਵਾਇਰਸ ਨੂੰ ਪੂਰੀ ਤਰ੍ਹਾਂ ਉਹ ਕਿਲ ਨਹੀਂ ਕਰਦੀ, ਲੇਕਿਨ ਇਨਫਲੂਐਂਜ਼ਾ ਵਾਇਰਸ ਦੀ ਜਿਹੜੀ ਉਹਦੀ ਵਿਸ ਕਹਿ ਲਓ, ਜਾਂ ਜਿਹੜੀ ਉਹਦੀ ਇਨਫੈਕਟੀਵਿਟੀ ਆ, ਉਹਦਾ ਡੋਜ਼ ਆ, ਉਹਨੂੰ ਘਟਾ ਦਿੰਦੀ ਆ। ਔਰ ਜਿੰਨੇ ਦਿਨ ਤੁਸੀਂ ਸਿੱਕ ਰਹਿਣੇ ਸੀ, ਉਹ ਦਿਨ ਘਟ ਜਾਂਦੇ ਟੈਮੀਫਲੂ ਦੇ ਨਾਲ, ਇਨਫਲੂਐਂਜ਼ਾ 'ਚ। ਇਹ ਦਵਾਈ ਐਕਚੁਅਲੀ ਮਾਰਕੀਟ 'ਚ ਤਿਆਰ ਕੀਤੀ ਸੀ ਈਬੋਲਾ ਵਾਸਤੇ, ਔਰ ਇਹ ਫਿਰ ਦੁਬਾਰਾ ਯੂਜ਼ ਕੀਤੀ ਗਈ। ਡਾਕਟਰ ਐਂਥਨੀ ਫੌਸੀ ਜਿਹੜੇ ਹੈਗੇ, ਉਹਨਾਂ ਨੇ ਕਿਹਾ ਵੀ ਟ੍ਰਾਇਲ ਇਹਦੀਆਂ ਸ਼ੁਰੂ ਕੀਤੀਆਂ ਜਾਣ।
ਔਰ ਉਹਦੇ 'ਚ ਉਹਨਾਂ ਨੇ ਇਹ ਦੇਖਿਆ ਵੀ ਜਿਹੜੇ ਵਿਅਕਤੀ ਨੇ 15 ਕੁ ਦਿਨਾਂ ਬਾਅਦ ਰਿਕਵਰ ਹੋਣਾ, ਉਹ 10-11 ਦਿਨ ਬਾਅਦ ਹੀ ਰਿਕਵਰ ਹੋ ਜਾਂਦਾ, ਉਹਦੇ ਸਿੰਪਟਮਸ ਮਾਈਲਡ ਹੋ ਜਾਂਦੇ ਆ, ਉਹਦੇ ਇਨਫੈਕਸ਼ਨ ਦਾ ਲੋਡ ਘਟ ਜਾਂਦਾ ਵਾਇਰਸ ਦਾ। ਜਿੱਦਾਂ ਮੈਂ ਪਿਛਲੀ ਵਾਰ ਵੀ ਜ਼ਿਕਰ ਕੀਤਾ ਸੀ ਵੀ ਅਗਰ ਸਮਝੋ ਮੇਰੇ ਇੱਕ ਮਾੜੀ ਜੀ ਕੋਈ ਬੁਲਟ ਲੱਗ ਗਈ ਮੇਰੇ ਪੱਟ 'ਚ, ਉਹਦੇ ਨਾਲ ਮੇਰੀ ਮੌਤ ਨਹੀਂ ਹੋਣੀ, ਬਹੁਤ ਈਜ਼ੀਲੀ ਆਪਾਂ ਉਹਨੂੰ ਕੱਢ ਸਕਦੇ ਹਾਂ। ਔਰ ਮੇਰੇ ਉੱਤੇ ਅਗਰ ਇੱਕ ਪੂਰੀ ਮਸ਼ੀਨ ਗਨ ਹੀ ਲੋਡ ਕਰਤੀ ਮੇਰੀ ਛਾਤੀ ਔਰ ਢਿੱਡ ਤੇ, ਫਿਰ ਮੇਰਾ ਬਚਣਾ ਅਸੰਭਵ ਹੈ। ਉਹਨੂੰ ਕਹਿੰਦੇ ਵਾਇਰਲ ਲੋਡ। ਸੋ ਇਹ ਵਾਇਰਲ ਲੋਡ ਵੀ ਘਟਾਉਂਦੀ ਰੈਮਡੇਸਿਵਿਰ। ਇਹ ਦਵਾਈ ਹੈਗੀ ਆ, ਇਹ ਇਸ ਵੇਲੇ ਤਾਂ ਕਾਫੀ ਜਿੱਦਾਂ ਮਹਿੰਗੀ ਹੈਗੀ ਆ, ਕਰੀਬਨ $1000 ਦਾ ਇਹਦਾ ਟ੍ਰੀਟਮੈਂਟ ਦਾ ਪ੍ਰੋਟੋਕੋਲ ਹੈ, ਕਿਉਂਕਿ ਇਹ ਬੜੀ ਮੁਸ਼ਕਲ ਦੇ ਨਾਲ ਜਿਹੜੀ ਵੀ ਕੰਪਨੀ ਨੇ ਬਣਾਈ ਆ, ਉਹਦਾ ਨਾਮ ਹੈਗਾ GILEAD, GILEAD, ਔਰ ਉਹਨਾਂ ਕੋਲ ਪੇਟੈਂਟ ਰਹਿੰਦਾ ਕਰੀਬਨ 10 ਸਾਲ ਦਾ। ਸੋ ਇਸ ਵੇਲੇ ਤਾਂ ਜੈਨਰਿਕ ਹੈ ਨਹੀਂ, ਉਹਨਾਂ ਨੇ ਕੰਪੈਸ਼ਨੇਟ ਯੂਜ਼ ਵਾਸਤੇ ਇਹ ਫ੍ਰੀ ਰਿਲੀਜ਼ ਕੀਤੀ ਸੀ, ਲੇਕਿਨ ਅਗਰ ਇਹ FDA ਨੂੰ ਅਪਰੂਵ ਕਰਦਾ ਅਮਰੀਕਾ ਦਾ, ਹੌਲੀ ਹੌਲੀ ਸਾਨੂੰ ਵੀ ਸ਼ਾਇਦ ਅਪਰੂਵ ਕਰਨਾ ਪੈਣਾ ਕੈਨੇਡਾ 'ਚ ਵੀ ਇਹ ਅਵੇਲੇਬਲ ਹੈਗੀ ਆ ਦਵਾਈ, ਜਿਹੜੀ 100% ਕਿਉਰ ਨਹੀਂ ਕਰਦੀ, ਲੇਕਿਨ ਵਾਇਰਲ ਲੋਡ ਔਰ ਇਨਫੈਕਸ਼ਨ ਦਾ ਡਿਊਰੇਸ਼ਨ ਦਾ ਦਰ ਔਰ ਉਹਦੇ ਸਿੰਪਟਮਸ ਨੂੰ ਘਟਾਉਂਦੀ ਆ। ਸੋ ਇੱਕ ਟੂਲ ਸ਼ਾਇਦ ਸਾਡੇ ਕੋਲ ਇਸ ਵੇਲੇ ਹੈਗਾ। ਜਿਹੜੀ ਵੈਕਸੀਨਸ ਹੈਗੀਆਂ ਉਹਦੀ ਬਹੁਤ ਟ੍ਰਾਇਲਸ ਚੱਲ ਰਹੀਆਂ, ਜਿੱਦਾਂ ਅਸੀਂ ਪਹਿਲਾਂ ਵੀ ਜ਼ਿਕਰ ਕਰ ਰਿਹਾ ਸੀ, ਲੇਕਿਨ ਅਸੀਂ ਬਹੁਤ ਲੱਕੀ ਹੋਵਾਂਗੇ ਅਗਰ ਸਾਨੂੰ 12 ਤੋਂ 18 ਮਹੀਨੇ 'ਚ ਵੈਕਸੀਨ ਮਿਲੂਗੀ ਇਹਦੇ ਅਗੇਂਸਟ। ਡਾਕਟਰ ਸਾਹਿਬ, ਜਿਵੇਂ ਡਾਕਟਰ ਐਂਥਨੀ ਫਾਊਚੀ ਨੇ US ਦੇ ਵਿੱਚ ਅੱਜ ਗੱਲ ਕੀਤੀ ਹੈ ਵੀ ਅਸੀਂ ਇਹਨੂੰ ਤੇਜ਼ ਕਰ ਰਹੇ ਹਾਂ ਵੈਕਸੀਨ ਲੱਭਣ ਦੇ ਪ੍ਰੋਸੈਸ ਨੂੰ, ਜਨਵਰੀ ਤੱਕ ਉਹ ਕਹਿੰਦੇ ਸਾਡੀ ਪੂਰੀ ਕੋਸ਼ਿਸ਼ ਆ ਵੀ ਕੋਈ ਨਾ ਕੋਈ ਨਤੀਜੇ ਸਾਹਮਣੇ ਆ ਜਾਣ। ਜਦੋਂ ਇਹ ਵੈਕਸੀਨ ਲੱਭ ਰਹੇ ਆ ਦੁਨੀਆ ਦੇ ਵਿਗਿਆਨੀ ਇਸ ਵੇਲੇ ਇਸ ਵਾਇਰਸ ਲਈ, ਇਹ ਸਾਰੇ ਦੇਸ਼ ਆਪਣੇ ਆਪਣੇ ਲੈਵਲ 'ਤੇ ਕੋਸ਼ਿਸ਼ ਕਰ ਰਹੇ ਆ ਜਾਂ ਇਹ ਸਾਰੇ ਸਾਇੰਟਿਸਟ ਇੱਕ ਦੂਜੇ ਦੇ ਨਾਲ ਸਾਰੀ ਇਨਫੋਰਮੇਸ਼ਨ ਸ਼ੇਅਰ ਕਰਦੇ ਆ ਵੀ ਤੁਸੀਂ ਕੀ ਕਰ ਰਹੇ ਆ, ਅਸੀਂ ਕੀ ਕਰ ਰਹੇ ਹਾਂ, ਤਾਂ ਸਾਂਝੇ ਤੌਰ ਦੇ ਉੱਤੇ ਲੱਭੀ ਜਾ ਰਹੀ ਹੈ? ਕੀ ਇਹ ਪ੍ਰਾਈਵੇਟ ਕੋਈ ਕੰਪਨੀ ਇਹਨੂੰ ਕੋਸ਼ਿਸ਼ ਕਰਦੀ ਹੁੰਦੀ ਹੈ ਵੀ ਉਹ ਪਹਿਲਾਂ ਖੋਜ ਕਰਕੇ ਵੈਕਸੀਨ ਸਾਹਮਣੇ ਲੈ ਆਉਣ, ਅਤੇ ਜਦੋਂ ਇਹ ਮੰਨ ਲਓ ਇੱਕ ਦੇਸ਼ US ਸਾਹਮਣੇ ਲੈ ਆਉਂਦਾ, ਕੀ ਉਹ ਫਿਰ ਸਾਰੇ ਦੇਸ਼ਾਂ ਨੂੰ ਇਹ ਦਊਗਾ, ਚੀਨ ਨੂੰ ਵੀ, ਦੂਜਿਆਂ ਨੂੰ? ਇਹ ਥੋੜ੍ਹਾ ਜਿਹਾ ਪ੍ਰੋਸੈਸ ਸਾਨੂੰ ਦੱਸੋਗੇ ਜੀ? ਦੇਖੋ, ਇਹ ਤੇ ਦੋ ਪੈਮਾਨੇ। ਇੱਕ ਤਾਂ WHO ਨੇ ਅੱਜ ਹੀ ਕਿਹਾ ਵੀ ਉਹਨਾਂ ਦੀਆਂ 5 ਉਹਨਾਂ ਦੀ ਆਪ ਦੀਆਂ ਟ੍ਰਾਇਲਸ ਚੱਲ ਰਹੀਆਂ ਵੱਖ-ਵੱਖ ਕੰਟਰੀ 'ਚ ਵੈਕਸੀਨ ਵਾਸਤੇ। ਦੂਜੀ ਬਹੁਤ ਪ੍ਰਾਈਵੇਟ ਕੰਪਨੀਆਂ ਹੁੰਦੀਆਂ, ਕੁਝ ਗਵਰਨਮੈਂਟ ਅਦਾਰੇ ਹੁੰਦੇ ਆ, ਜਿਹੜੀ ਆਕਸਫੋਰਡ ਯੂਨੀਵਰਸਿਟੀ ਆ ਉਹ ਬਹੁਤ ਜ਼ਿਆਦਾ ਰਿਸਰਚ ਕਰ ਰਹੀ ਹੈ। ਜਰਮਨੀ 'ਚ ਵੀ ਇੱਕ ਬਾਇਓਟੈਕ ਕੰਪਨੀ ਹੈਗੀ ਆ, ਉਹਦੇ ਸ਼ੇਅਰਸ ਹੁੰਦੇ ਆ ਪ੍ਰਾਈਵੇਟ, ਉਹਦੇ ਐਂਟਰਪ੍ਰਾਈਜ਼ ਹੁੰਦੀ ਆ, ਇਹ 'ਚੋਂ ਪੈਸੇ ਵੀ ਕਮਾਉਂਦੇ ਆ ਜੀ। ਲੇਕਿਨ ਸਮਝੋ ਜਿੱਦਾਂ ਹੁਣ ਆਪਾਂ ਕੋਈ ਚੀਜ਼ ਇੱਥੇ ਡਿਵੈਲਪ ਕਰ ਲੈਂਦੇ ਸੀ ਰਿਸਰਚ ਐਂਡ ਡਿਵੈਲਪਮੈਂਟ ਕਰਕੇ, ਲੇਕਿਨ ਉਹਦੀ ਮਾਸ ਪ੍ਰੋਡਕਸ਼ਨ ਫਿਰ ਅਸੀਂ ਚਾਈਨਾ, ਵੀਅਤਨਾਮ ਜਾਂ ਹੋਰ ਜਗ੍ਹਾ ਕਰਵਾਉਂਦੇ ਸੀ, ਕਿਉਂਕਿ ਉੱਥੇ ਲੇਬਰ ਚੀਪ ਸੀ ਔਰ ਉਹ ਚੀਜ਼ ਬਣ ਕੇ ਆ ਜਾਂਦੀ ਸੀ। ਜਿੱਦਾਂ ਡਾਲਰ ਸਟੋਰ ਦਾ ਸਾਰਾ ਸਮਾਨ ਚਾਈਨਾ ਤੋਂ ਆਉਂਦਾ, ਉਹੀ ਡਾਲਰ ਸਟੋਰ ਵਾਲਾ ਸਮਾਨ ਇੱਥੇ ਬਣਾਉਣ ਜਾਈਏ ਤੇ $10 ਦਾ ਤੁਹਾਨੂੰ ਪਊਗਾ। ਸੋ ਰਿਸਰਚ ਐਂਡ ਡਿਵੈਲਪਮੈਂਟ ਉਹ ਯੂਰਪ 'ਚ, ਅਮਰੀਕਾ 'ਚ, ਕੈਨੇਡਾ 'ਚ, ਆਸਟ੍ਰੇਲੀਆ, ਨਿਊਜ਼ੀਲੈਂਡ, ਇਸ ਕੰਟਰੀ 'ਚ ਸਭ ਤੋਂ ਜ਼ਿਆਦਾ ਹੁੰਦੀ ਹੈ। ਉਸ ਮਾਨਯੋਗ ਸਾਡੇ ਪ੍ਰਧਾਨ ਮੰਤਰੀ ਨੇ ਵੀ $1.2 ਬਿਲੀਅਨ ਇਹਦੇ ਉੱਤੇ ਦਿੱਤਾ ਹੋਇਆ ਵੀ ਤੁਸੀਂ ਰਿਸਰਚ ਕਰੋ, ਵੈਕਸੀਨ ਡਿਵੈਲਪਮੈਂਟ ਕਰਨ 'ਚ ਵੱਧ ਤੋਂ ਵੱਧ ਆਪਣੀ ਕੋਸ਼ਿਸ਼ਾਂ ਪਾਓ। ਜ਼ਿਆਦਾ ਇਹ ਜਿਹੜਾ ਮਿਡਲ ਕੈਨੇਡਾ ਉਹਦੇ ਵਿੱਚ ਹੈਗੇ ਆ ਕੁਝ ਸੈਂਟਰਸ ਵੈਂਕੂਵਰ, ਲੇਕਿਨ ਸਸਕੈਚੁਅਨ, ਵਿਨੀਪੈਗ, ਓਨਟਾਰੀਓ ਔਰ ਕਿਊਬੈਕ 'ਚ ਜ਼ਿਆਦਾ ਇਹਦੀ ਖੋਜ ਚੱਲ ਰਹੀ ਹੈ। ਜਿਹੜਾ ਸੀਰਮ ਇੰਸਟੀਚਿਊਟ ਆਫ ਇੰਡੀਆ ਜਿਹੜਾ ਪੂਨੇ ਬੇਸਡ ਹੈਗਾ, ਉਹਦੇ 'ਚ ਵੀ ਬਹੁਤ ਵੱਡੀ ਰਿਸਰਚ ਲੈਬ ਹੈਗੀ ਆ, ਇੰਡੀਆ ਦੀ ਸਭ ਤੋਂ ਵੱਡੀ ਰਿਸਰਚ ਲੈਬ ਹੈਗੀ ਆ, ਔਰ ਉਹ ਫੋਰਨ ਕੋਲੈਬੋਰੇਸ਼ਨ ਯੂਰਪ ਦੇ ਨਾਲ ਉਹਨਾਂ ਦਾ ਰਹਿੰਦਾ। ਲੈਟਸ ਸੇ ਵੀ ਆਕਸਫੋਰਡ ਵਾਲੇ ਜਾਂ ਜਰਮਨੀ ਵਾਲੇ ਜਾਂ ਅਮਰੀਕਾ ਵਾਲੇ ਡਿਵੈਲਪ ਕਰ ਲੈਂਦੇ ਵੈਕਸੀਨ, ਲੇਕਿਨ ਉਹਨਾਂ ਕੋਲ ਇੰਨੀ ਕਪੈਸਿਟੀ ਨਹੀਂ ਹੁੰਦੀ। ਉਹ ਫਿਰ ਵੀ ਸੀਰਮ ਇੰਸਟੀਚਿਊਟ ਆਫ ਪੂਨੇ ਨੂੰ ਕਹਿਣਗੇ ਵੀ ਸਾਨੂੰ ਇਹ ਬਣਾ ਕੇ ਦਿਓ, ਔਰ ਉਹ 1.5 ਬਿਲੀਅਨ ਡੋਸਿਸ ਹਰ ਸਾਲ ਬਣਾ ਸਕਦੀ ਆ, ਇੰਨੀ ਉਹਨਾਂ ਦੀ ਆਪ ਦੀ ਕਪੈਸਿਟੀ ਆ। ਇਸ ਵੇਲੇ ਸੰਸਾਰ ਦੀ ਆਬਾਦੀ ਆਲਮੋਸਟ 7.8 ਬਿਲੀਅਨ ਹੋ ਚੁੱਕੀ ਆ। ਸੋ ਹਰ ਇੱਕ ਨੂੰ ਅਗਰ ਵੈਕਸੀਨ ਦੇਣੀ ਆ, ਉਹ ਉਹਨਾਂ ਮਾਸ ਪ੍ਰੋਡਕਸ਼ਨ ਕਿੱਥੋਂ ਹੋਊਗਾ? ਸੋ ਇਸ ਲਈ ਸੀਰਮ ਇੰਸਟੀਚਿਊਟ ਆਫ ਪੂਨੇ, ਮੈਂ ਪਿੱਛੇ ਵੀ ਜ਼ਿਕਰ ਕੀਤਾ ਸੀ, 70% ਜਿਹੜੀ ਵਰਲਡ ਦੀ ਵੈਕਸੀਨਸ ਬੱਚਿਆਂ ਨੂੰ ਲੱਗ ਰਹੀ ਹੈ, ਐਡਲਟ ਨੂੰ ਲੱਗ ਰਹੀ ਆ, ਉਹ ਇੰਡੀਆ ਤੋਂ ਬਣ ਕੇ ਆ ਰਹੀ ਹੈ, ਭਾਵੇਂ ਉਹਦਾ ਰਿਸਰਚ ਐਂਡ ਡਿਵੈਲਪਮੈਂਟ ਕਿਸੇ ਵੀ ਹੋਰ ਜਗ੍ਹਾ ਹੋਇਆ ਹੋਏ। ਇਹਦੇ ਵਿੱਚ ਇਹ ਹੁੰਦਾ ਵੀ ਇਹ ਜਿਹੜੀ ਵੈਕਸੀਨ ਰੇਸ ਹੈ ਇਸ ਵੇਲੇ, ਸਮਾਂ ਇਹ ਸੀ 1960s ਦੇ ਵਿੱਚ ਵੀ ਰਸ਼ੀਆ ਪਹਿਲੋਂ ਜਿਹੜੀ ਧਰਤੀ ਦੀ ਗ੍ਰੈਵਿਟੀ ਹੈ ਉਸ ਤੋਂ ਪਾਰ ਯੂਰੋ ਗ੍ਰੈਗਰੀ ਆਪਣਾ ਰਾਕਟ ਲੈ ਗਿਆ ਸੀ, ਉਸ ਤੋਂ ਬਾਅਦ ਉਹ ਥੱਲੇ ਆਇਆ। ਸਭ ਤੋਂ ਪਹਿਲਾਂ ਰਿਸਰਚ ਉਹਨਾਂ ਨੇ ਕੀਤੀ, ਲੇਕਿਨ ਚੰਦਰਮਾ 'ਚ ਜਾਣ ਦੇ ਉਹਨਾਂ ਦੇ ਪਲਾਨ ਤੋਂ ਪਹਿਲਾਂ ਅਮਰੀਕਾ ਚੰਦਰਮਾ 'ਚ ਚਲਾ ਗਿਆ। ਸੋ ਇਹ ਵੀ ਜਿਹੜੀ ਹੈਗੀ ਆ ਵੈਕਸੀਨ ਦੀ ਰੇਸ ਰਹੂਗੀ ਆਉਣ ਵਾਲੇ ਟਾਈਮ ਤੋਂ। ਦੇਖਿਓ, ਜਿਹੜੀ ਕੰਟਰੀ ਵੈਕਸੀਨ ਡਿਵੈਲਪ ਕਰੂਗੀ ਉਹਦੇ ਵਿੱਚ, ਉਸ ਕੰਟਰੀ ਦੇ ਵਿੱਚ, ਉਸ ਕੰਟਰੀ ਦੀ ਮਾਨਤਾ,
ਉਹਦੀ ਜਿਹੜੀ ਸਿਖਲਾਈ ਆ ਉਹਦੇ ਪ੍ਰਤੀ ਸ਼ਰਧਾ ਭਾਵਨਾ ਹੋਰ ਵਧੂਗੀ, ਭਾਵੇਂ ਜਿਹੜੀ ਮਰਜ਼ੀ ਕੰਟਰੀ ਹੋਵੇ। ਮੈਨੂੰ ਲੱਗਦਾ ਕਿਤੇ ਨਾ ਕਿਤੇ ਵੀ ਹੋ ਸਕਦਾ ਇਹਦੇ ਵਿੱਚ ਇੰਡੀਆ ਨਾ ਮਤਲਬ ਬਾਜੀ ਜਿੱਤ ਜਾਏ, ਕਿਉਂਕਿ ਆਲਰੇਡੀ ਬਹੁਤ ਜ਼ਿਆਦਾ ਬਾਇਓਟੈਕ ਇੰਡਸਟਰੀ ਇੰਡੀਆ 'ਚ ਪਹਿਲਾਂ ਹੀ ਐਸਟੈਬਲਿਸ਼ਡ ਹੈਗੀ ਹੈ ਪਿਛਲੇ 20 ਸਾਲ ਤੋਂ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਆਉਣ ਵਾਲੇ ਸਮੇਂ 'ਚ ਸਾਹਮਣੇ ਆਉਣਗੀਆਂ। ਆਫ ਕੋਰਸ ਬਹੁਤ ਸਾਰੇ ਲੋਕੀ ਵੈਕਸੀਨੇਸ਼ਨ ਨੂੰ ਵੀ ਕੰਟਰੋਲ ਕਰਦੇ ਆ। ਉਹਦੇ ਵਿੱਚ ਸਭ ਤੋਂ ਜ਼ਿਆਦਾ ਬਿਲ ਔਰ ਮੈਲਿੰਡਾ ਗੇਟ ਫਾਊਂਡੇਸ਼ਨ ਹੁੰਦਾ, ਜਿੱਥੇ ਵੈਕਸੀਨਸ ਆਉਂਦੇ ਆ ਉਹ ਜ਼ਿਆਦਾ ਕੰਟਰੋਲ ਉਹ ਲੋਕ ਲੈ ਲੈਂਦੇ ਆ। ਇਹਦੇ ਵਿੱਚ ਥੋੜੇ ਬਹੁਤ ਪੈਸੇ ਕਮਾਉਣ ਵਾਲੀ ਵੀ ਹੁੰਦੀ ਆ। ਜਿਹੜੇ ਸੀਰਮ ਇੰਸਟੀਚਿਊਟ ਆਫ ਇੰਡੀਆ ਉਹਨਾਂ ਨੇ ਕਿਹਾ ਸੀ ਵੀ 1000 ਰੁਪਏ ਦੀ ਇਹ ਵੈਕਸੀਨ ਜਿਹੜੀ ਹੈਗੀ ਆ ਅਸੀਂ ਵੇਚਾਂਗੇ ਜਦੋਂ ਪੂਰੀ ਕਾਮਯਾਬ ਹੁੰਦੀ ਹੈ ਕਰੀਬਨ $20 ਦੀ। ਸੋ ਇਹਦੇ ਵਿੱਚ ਪ੍ਰੋਫਿਟ ਮਾਰਜਨ ਵੀ ਹੁੰਦਾ। ਅਗਰ ਤੁਸੀਂ 20 ਨੂੰ 1.5 ਬਿਲੀਅਨ ਪਰ ਈਅਰ ਕਰੋ ਜਾਂ 7.5 ਬਿਲੀਅਨ ਦੇ ਨਾਲ ਕਰੋ ਤੇ ਤੁਸੀਂ ਦੇਖੋ ਕਿੰਨਾ ਕੁ ਰਕਮ ਬਣਦੀ ਹੈ। ਕਿਉਂਕਿ ਜਿਹੜੀ ਇੱਕ ਵਾਰੀ ਚੀਜ਼ ਬਣ ਗਈ ਉਹਨੂੰ ਮਾਸ ਪ੍ਰੋਡਕਸ਼ਨ 'ਤੇ ਬਣਾਉਣਾ ਕੋਈ ਔਖਾ ਨਹੀਂ ਹੁੰਦਾ। ਲੇਕਿਨ ਜਿਹੜਾ ਪਹਿਲੋਂ ਹੈਗਾ ਵੀ ਵੈਕਸੀਨ ਬਣੀ, ਉਹ ਟ੍ਰਾਇਲਸ ਇੰਪੋਰਟੈਂਟ ਹੁੰਦੇ ਆ ਵੀ ਇਹ ਕੰਮ ਕਰ ਰਹੀ ਹੈ ਕਿ ਨਹੀਂ ਕਰ ਰਹੀ, ਇਸ ਤੋਂ ਐਂਟੀਬਾਡੀਜ਼ ਕਿੰਨਾ ਬਣ ਰਿਹਾ, ਇਹਦੇ ਸਾਈਡ ਇਫੈਕਟ ਹੋ ਰਹੇ ਕਿ ਨਹੀਂ ਹੋ ਰਹੇ, ਉਹ ਜ਼ਰੂਰੀ ਹੁੰਦਾ। ਇਸ ਲਈ ਇਹਨੂੰ ਬਹੁਤ ਟਾਈਮ ਲੱਗਦਾ। ਟ੍ਰੈਡੀਸ਼ਨਲ ਵੈਕਸੀਨਸ ਨੂੰ 5 ਤੋਂ 8 ਸਾਲ ਲੱਗਦੇ ਆ। ਇਹਦੇ 'ਚ ਅਸੀਂ ਕਿਉਂਕਿ ਫਾਸਟ ਟਰੈਕ 'ਚ ਸਾਰਾ ਚੱਲ ਰਿਹਾ, ਕਿਉਂਕਿ ਜਦੋਂ ਸਾਰਸ ਹੋਇਆ ਸੀ ਅੱਜ ਤੋਂ 18 ਸਾਲ ਪਹਿਲਾਂ, ਲਗਭਗ ਉਹੀ ਪੈਟਰਨ 'ਚ ਕੋਵਿਡ ਹੈਗਾ। ਸੋ ਆਲਰੇਡੀ ਉਦੋਂ ਵੈਕਸੀਨੇਸ਼ਨ ਟ੍ਰਾਇਲਸ ਚੱਲ ਰਹੀਆਂ ਸੀ, ਉਹੀ ਥੋੜਾ ਬਹੁਤ ਮੋਡੀਫਾਈ ਕਰਕੇ ਕਰਨ ਦੀ ਕੋਸ਼ਿਸ਼ ਕਰ ਰਹੇ। ਇਸ ਲਈ ਨਵੀਂ ਕੋਈ ਚੀਜ਼ ਇਹ 'ਚ ਡਿਵੈਲਪ ਨਹੀਂ ਹੋਈ, ਥੋੜਾ ਬਹੁਤ ਮੋਡੀਫਿਕੇਸ਼ਨ ਹੋਇਆ ਜਿਹੜੀ ਸਾਰਸ ਦੀ ਵੈਕਸੀਨ ਸੀ। ਇਸ ਲਈ ਅਸੀਂ ਲੱਕੀ ਹੈਗੇ ਆ ਵੀ ਇਹ ਟ੍ਰਾਇਲਸ ਆਨਗੋਇੰਗ ਇੰਨੀ ਛੇਤੀ ਸ਼ੁਰੂ ਹੋ ਗਈਆਂ। ਲੇਕਿਨ ਜਦੋਂ ਰਿਜ਼ਲਟ ਆਊਗਾ, ਸਕਸੈਸ ਆਊਗੀ, ਸੇਫਟੀ ਆਊਗੀ ਤਾਂ ਆਊਗੀ। ਹੁਣ ਜਸਟਿਨ ਟਰੂਡੋ ਸਾਹਿਬ ਨੂੰ ਕੁਝ ਦਿਨ ਪਹਿਲਾਂ ਪੁੱਛਿਆ ਗਿਆ ਵੀ ਮਾਨਯੋਗ ਪ੍ਰਧਾਨ ਮੰਤਰੀ ਜੀ, ਲੈਟਸ ਸੇ ਵੀ ਸਮਰ 'ਚ ਵੈਕਸੀਨ ਆ ਗਈ, ਤੁਸੀਂ ਇਹਨੂੰ ਮੈਂਡੇਟ ਕਰੋਗੇ ਵੀ ਹਰ ਇੱਕ ਕੈਨੇਡੀਅਨ ਨੂੰ ਲਾਉਣ ਵਾਸਤੇ? ਕਿਉਂਕਿ 37 ਮਿਲੀਅਨ ਕੈਨੇਡੀਅਨ ਆ। ਤਾਂ ਉਹਦੇ ਵਿੱਚ ਜਿਹੜੀ ਰਿਸਰਚ ਆ ਰਹੀ ਅੱਜ ਦੇ ਦੌਰ ਤੇ ਉਹ ਹੈਗਾ ਵੀ 60% ਤਾਂ ਕਹਿੰਦੇ ਆ ਕੋਈ ਮੈਂਡੇਟ ਦੀ ਲੋੜ ਨਹੀਂ, ਵੀ ਅਸੀਂ ਤਾਂ ਲਾਵਾਂਗੇ। ਜਿਹੜੇ 40% ਹੈ ਉਹ ਸੋਚ ਰਹੇ ਆ ਵੀ ਲਾਉਣਾ ਕਿ ਨਹੀਂ ਲਾਉਣਾ, ਕਿਉਂਕਿ ਫਿਰ ਉਹ ਡਰੇ ਆ ਵੀ ਨਵੀਂ ਚੀਜ਼ ਆ, ਇਹ ਸੇਫਟੀ ਆ, ਲੌਂਗ ਟਰਮ ਇਹਦੇ ਕੀ ਆ। ਸੋ ਇਹ ਜਿਹੜੀਆਂ ਚੀਜ਼ਾਂ ਸਾਨੂੰ ਬਾਅਦ ਚੋਂ ਵਾਚਣੀਆਂ ਪੈਣੀਆਂ ਜਦੋਂ ਵੈਕਸੀਨ ਆ ਗਿਆ ਵੀ ਉਹਨੂੰ ਡਿਲੀਵਰ ਕਿੱਦਾਂ ਕਰਨਾ। ਮੇਰੇ ਖਿਆਲ ਨਾਲ ਇਹਦੇ ਵਿੱਚ ਕੁਛ ਨਾ ਕੁਛ ਗਾਈਡਲਾਈਨਸ ਬਣਨਗੀਆਂ, ਰੂਲਸ ਐਂਡ ਰੈਗੂਲੇਸ਼ਨ ਬਣਨਗੇ। ਤੁਹਾਡੇ ਕੋਲ ਵੈਕਸੀਨੇਸ਼ਨ ਦਾ ਇੱਕ ਪਾਸਪੋਰਟ ਹੋਊਗਾ ਵੀ ਤੁਸੀਂ ਵੈਕਸੀਨੇਟਿਡ ਹੈਗੇ ਕਿ ਨਹੀਂ ਹੈਗੇ। ਉਹ ਸਾਰੀਆਂ ਚੀਜ਼ਾਂ ਇੰਪੋਰਟੈਂਟ ਹੋ ਜਾਣਗੀਆਂ ਤੁਹਾਡੇ ਟਰੈਵਲਿੰਗ ਵਾਸਤੇ, ਤੁਹਾਡੇ ਬਾਹਰ ਵਿਚਰਨ ਵਾਸਤੇ, ਤੁਹਾਡੇ ਕੰਮਾਂ ਵਾਸਤੇ। ਡਾਕਟਰ ਸਾਹਿਬ, ਆਖਰੀ ਸਵਾਲ, ਇੱਕ ਤਾਂ ਆਖਰ ਦੇ ਵਿੱਚ ਮੈਂ ਚਾਹੂੰਗਾ ਕਿ ਤੁਸੀਂ ਅੱਜ ਕੋਈ ਮੈਸੇਜ ਸਾਡੇ ਦਰਸ਼ਕਾਂ ਨੂੰ ਕੀ ਦੇਣਾ ਚਾਹੁੰਦੇ ਹੋ। ਉਹਦੇ ਨਾਲ ਇੱਕ ਸਵਾਲ ਹੋਰ ਜੁੜਦਾ ਜਿਹੜਾ ਵੈਕਸੀਨੇਸ਼ਨ ਬਾਰੇ ਆ ਕਿ ਇਹ ਵੈਕਸੀਨ ਆਉਣ ਨੂੰ ਅਜੇ ਸਾਲ ਲੱਗ ਜਾਊਗਾ, ਜੇ ਸਾਲ ਬਾਅਦ ਜਾਂ 10 ਮਹੀਨੇ ਬਾਅਦ ਇਹ ਵੈਕਸੀਨ ਆ ਜਾਂਦੀ ਆ ਫਿਰ ਇਹ ਸਾਰੇ ਦੇਸ਼ਾਂ ਦੇ ਵਿੱਚ ਡਿਸਟਰੀਬਿਊਟ ਹੋਣੀ ਆ, ਫਿਰ ਉੱਥੇ ਇਕੱਲੇ ਬੰਦੇ ਨੂੰ ਲੱਗਣੀ ਆ, ਉਹਨੂੰ ਕਿੰਨਾ ਕੁ ਟਾਈਮ ਲੱਗਦਾ ਹੁੰਦਾ? ਤੇ ਜਿਹੜਾ ਪ੍ਰੋਸੈਸ ਇਸ ਵੇਲੇ ਇਸ ਕੋਵਿਡ-19 ਦੇ ਲਈ ਖੋਜ ਚੱਲ ਰਹੀ ਹੈ, ਵੈਕਸੀਨ ਦੀ, ਇਹਦਾ ਇਲਾਜ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਇਹ ਬਾਕੀ ਜਦੋਂ ਵਾਇਰਸਿਸ ਆਉਂਦੇ ਉਦੋਂ ਵੀ ਸਾਰਾ ਕੁਝ ਐਸੇ ਤਰੀਕੇ ਨਾਲ ਹੀ ਚੱਲਦਾ ਜੀ? ਦੇਖੋ, ਕਾਫੀ ਵਾਇਰਸ ਜਿਹੜੇ ਹੈਗੇ ਉਹ ਇੰਨੇ ਮਾਈਲਡ ਹੁੰਦੇ ਆ ਵੀ ਸਾਨੂੰ ਟਰਬਲ ਨਹੀਂ ਦਿੰਦੇ ਜੀ। ਲੇਕਿਨ ਜਿੱਦਾਂ ਮੀਜ਼ਲਸ, ਮਮਸ, ਰੁਬੈਲਾ ਜਿਹੜਾ ਖਸਰਾ ਆਪਾਂ ਕਰਨੇ ਸੀ, ਕੰਨ ਪੇੜੇ ਵਗੈਰਾ, ਉਹ ਕਾਫੀ ਬੱਚਿਆਂ ਨੂੰ ਸਿੱਕ ਕਰਦੇ ਸੀ, ਮੌਤ ਹੁੰਦੀ ਸੀ। ਇਸ ਲਈ ਉਹਦੇ ਅਗੇਂਸਟ ਵੈਕਸੀਨ ਤਿਆਰ ਕੀਤੀ ਗਈ। ਜਿਹੜੀ ਫਲੂ ਦੀ ਵੈਕਸੀਨ ਅਸੀਂ ਹਰ ਸਾਲ ਨਵੀਂ ਕਿਉਂ ਤਿਆਰ ਕਰਦੇ ਹਾਂ? ਕਿਉਂਕਿ ਜਿਹੜਾ ਫਲੂ ਦਾ ਵਾਇਰਸ ਆ ਉਹ ਆਪਣਾ ਮੂੰਹ ਮਾਂਦਰਾ ਬਦਲ ਲੈਂਦਾ, ਉਹ ਵੀ ਕੋਸ਼ਿਸ਼ ਕਰਦਾ ਵੀ ਮੈਂ ਵੱਧ ਤੋਂ ਵੱਧ ਇਨਫੈਕਸ਼ਨ ਕਰਾਂ। ਸੋ ਇਹ ਜਿਹੜੀਆਂ ਹੈਗੀਆਂ ਅਸੀਂ ਇਸ ਵੇਲੇ ਦੇਖ ਰਹੇ ਹਾਂ ਵੀ ਇਹਦੀ ਕੇਸ ਫੈਟੈਲਿਟੀ ਆਪਾਂ ਕਹੀਏ ਪਹਿਲਾਂ ਪ੍ਰੋਜੈਕਟਡ ਸੀ 2.2%, ਲੇਕਿਨ ਜਦੋਂ ਅਸੀਂ ਰੈਸੀਡੈਂਸ਼ੀਅਲ ਕੇਅਰ ਹੋਮ 'ਚ ਦੇਖਿਆ ਤਾਂ ਸਾਨੂੰ 5.5% 'ਚ ਲੈ ਕੇ ਜਾਣਾ ਪਿਆ ਵੀ ਇਸ ਵੇਲੇ ਅਗਰ 100 ਵਿਅਕਤੀ ਇਨਫੈਕਟ ਹੁੰਦਾ, ਕਰੀਬਨ 5 ਜਿਹੜੇ ਨਹੀਂ ਬਚ ਪਾਉਂਦੇ। ਪਹਿਲਾਂ ਪ੍ਰੋਜੈਕਸ਼ਨ ਸੀ 2। ਸੋ ਜਿਹੜਾ ਫਲੂ ਹੈਗਾ ਉਹਦੀ ਹੈਗੀ ਹੈ 0.1%। ਸੋ ਉਹਦੇ ਨਾਲੋਂ ਘੱਟ ਤੋਂ ਘੱਟ ਤੁਸੀਂ ਕਹਿ ਲਓ ਤੇ 50 ਗੁਣਾ ਜ਼ਿਆਦਾ ਇਹ ਲੀਥਲ ਹੈਗਾ। ਸੋ ਇਸ ਲਈ ਇਹਦੇ ਉੱਤੇ ਜ਼ਿਆਦਾ ਦੌੜ ਲੱਗੀ ਹੋਈ ਆ, ਕਿਉਂਕਿ ਜਿਹੜਾ ਇਨਸਾਨ ਦਾ ਜਿਹੜਾ ਸਰੀਰ ਆ ਉਹ ਅਨਮੋਲ ਹੈਗਾ। ਭਾਵੇਂ ਉਹ ਜਿਹੜੀ ਮਰਜ਼ੀ ਉਮਰ ਦਾ ਹੋਏ, ਭਾਵੇਂ ਉਹ ਰੈਸੀਡੈਂਸ਼ੀਅਲ ਕੇਅਰ 'ਚ ਹੋਵੇ, ਬਜ਼ੁਰਗ ਹੋਏ, ਜੋ ਮਰਜ਼ੀ ਰੋਗ ਹੋਏ, ਲੇਕਿਨ ਉਹਦਾ ਜਿਹੜਾ ਸਰੀਰ ਆ ਉਹਦੇ ਲਈ ਸਭ ਤੋਂ ਵੱਡੀ ਨਿਆਮਤ ਔਰ ਅਨਮੋਲ ਦਾਤ ਹੈਗੀ ਆ। ਦੂਜੀ ਗੱਲ ਮੈਂ ਜਿਹੜੀ ਅੱਜ ਕਲੋਜ਼ਿੰਗ 'ਤੇ ਕਰਨਾ ਚਾਹੁੰਦਾ, ਫਿਰ ਮੈਂ ਨੰਬਰ 'ਚ ਹੀ ਜਾਊਂਗਾ ਜੀ ਵੀ ਆ ਹੈਗਾ 1 ਹੈ ਨਾ, ਤੇ ਉਹਦੇ ਬਾਅਦ ਹੈਗੇ 0। 1 ਦੇ ਬਾਅਦ ਜਿੰਨੇ ਮਰਜ਼ੀ 0 ਲਾ ਲਓ, ਲੇਕਿਨ ਜਦੋਂ 1 ਚਲਾ ਜਾਂਦਾ ਉਦੋਂ 0 ਜਿਹੜੇ ਉਹਨਾਂ ਦੀ ਕੋਈ ਵੈਲਿਊ ਨਹੀਂ ਰਹਿੰਦੀ। 1 ਹੈਗਾ ਉਹ ਹੈਗੀ ਤੁਹਾਡੀ ਸਿਹਤ, ਉਹਦੇ ਬਾਅਦ ਆਉਂਦਾ ਵੀ ਤੁਹਾਡੀ ਐਜੂਕੇਸ਼ਨ, ਉਹਦੇ ਬਾਅਦ ਜਿਹੜਾ 0 ਆਉਂਦਾ ਕਿੰਨੇ ਖੂਬਸੂਰਤ ਹੈ ਤੁਸੀਂ,
ਉਹਦੇ ਬਾਅਦ ਆਉਂਦਾ ਕੀ ਆ ਉਹਦਾ ਤੁਹਾਡਾ, ਉਹਦੇ ਬਾਅਦ ਆਉਂਦਾ ਕੀ ਆ ਤੁਹਾਡੇ ਘਰ ਦਾ ਮਾਹੌਲ, ਉਹਦੇ ਬਾਅਦ ਤੁਹਾਡੀ ਬੈਂਕ ਬੈਲੈਂਸ, ਉਹਦੇ ਬਾਅਦ ਵੀ ਤੁਹਾਡੀ ਫੈਮਿਲੀ ਲਾਈਫ ਕਿੱਦਾਂ। ਵਾਹ ਮਤਲਬ ਵਾਹ। ਬਿਲੀਅਨਸ ਆਫ ਜ਼ੀਰੋ ਉਹਦੇ ਪਿੱਛੇ ਲੱਗ ਸਕਦੇ ਆ, ਲੇਕਿਨ ਇੱਕ ਹੈਲਥ ਹੋਵੇ ਨਾ, ਉਹਦੇ ਪਿੱਛੇ ਤੁਸੀਂ ਜ਼ੀਰੋ ਜਿੰਨੇ ਮਰਜ਼ੀ ਕਰ ਸਕਦੇ ਹੋ, ਲੇਕਿਨ ਅਗਰ ਜਦੋਂ ਇੱਕ ਡਿੱਗ ਗਿਆ ਆ ਜ਼ੀਰੋ ਜ਼ੀਰੋ ਹੀ ਰਹਿਣਾ। ਸੋ ਜਿੰਨੀਆਂ ਸਿਹਤ ਮਰਜ਼ੀ ਜਿਹੜੀ ਹੋਣ। ਹੈਗੀ ਆ ਸਭ ਤੋਂ ਵੱਡੀਆ ਗੱਲ ਆ। ਕਿਉਂਕਿ ਅਗਰ ਆਪਾਂ ਕਹੀਏ ਵੀ ਸਭ ਕੀ ਗਿਆ, ਅਗਰ ਸਮਝੋ ਕਿਸੇ ਦੇ ਨਾ, ਮੈਂ ਗਿਆਨੀ ਸੰਤ ਸਿੰਘ ਮਸਕੀਨ ਸਾਹਿਬ ਦੀ ਵੀ ਕੋਟੇਸ਼ਨ ਕਰ ਰਿਹਾ ਸੀ ਜੀ ਵੀ ਅਗਰ ਆਪਾਂ ਕਹੀਏ ਵੀ ਪੈਸਾ ਚਲਾ ਗਿਆ ਤੇ ਲਗਭਗ ਠੀਕ ਹੈ ਦੁਬਾਰਾ ਆ ਜਾਊਗਾ। ਹੁਣ ਲੋਕੀ ਕਹਿ ਰਹੇ ਨਾ ਬਿਜ਼ਨੈਸਿਸ ਜਿਹੜੇ ਹੂੰ ਥੱਲੇ ਆ ਡਾਮਾਡੋਲ ਆ, ਫਿਰ ਕਮਾਏ ਜਾ ਸਕਦੇ, ਉਹ ਚ ਕੋਈ ਵੱਡੀ ਗੱਲ ਨਹੀਂ ਆ। ਜਿਹੜੀ ਸਿਹਤ ਚਲੀ ਗਈ ਤਾਂ ਫਿਰ ਮਤਲਬ ਤੁਹਾਡੇ ਹੱਥ 'ਚ ਕੁਛ ਨਹੀਂ ਰਹਿੰਦਾ, ਤੁਸੀਂ ਕੈਪੈਸਿਟੀ ਨਹੀਂ ਰਹਿੰਦੀ ਕਮਾਉਣ ਦੀ, ਤੁਹਾਡੀ ਹੂੰ ਕੁਆਲਿਟੀ ਆਫ ਲਾਈਫ ਜਿਹੜੀ ਹੈਗੀ ਖਰਾਬ ਹੁੰਦੀ ਆ। ਔਰ ਅਗਰ ਸਿਹਤ ਖਤਮ ਹੀ ਹੋ ਗਈ ਤੇ ਬਾਕੀ ਜਿਹੜੇ ਜ਼ੀਰੋ ਸੇ ਆ, ਜਿਹੜੇ ਬੈਂਕ 'ਚ ਪਏ ਬਿਲੀਅਨਸ ਬਿਲੀਅਨ, ਉਹਨਾਂ ਦੀ ਕੋਈ ਵੈਲਿਊ ਨਹੀਂ ਰਹਿੰਦੀ। ਇਸ ਲਈ ਆਪਾਂ ਆਪਣਾ ਫਿਜ਼ੀਕਲ ਸੈਲਫ ਵੀ ਗੁੱਡ ਰੱਖੀਏ ਜੀ ਤੇ ਮੈਂਟਲ ਹੈਲਥ ਵੀ ਗੁੱਡ ਰੱਖੀਏ। ਉਹਦੇ ਨਾਲ ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ, ਉਹਨੂੰ ਸਿਮਰਨ ਦੇ ਨਾਲ ਹੀ ਆਪਣੇ ਨਾਲ ਅੰਗ ਸੰਗ ਹੋ ਕੇ ਸਹਾਈ ਕਰੀਏ। ਦੂਜਿਆਂ ਦੀ ਜਿੰਨੀ ਕੁ ਆਪਾਂ ਹੈਲਪ ਕਰ ਸਕਦੇ, ਜਿਹੜੀ ਵੀ ਕੈਪੈਸਿਟੀ 'ਚ ਕਰੀਏ। ਫਿਰ ਤੁਹਾਡੇ ਨਾਲ ਰੂਬਰੂ ਹੋਵਾਂਗੇ ਅਗਲੇ ਜੀ ਹਫਤੇ ਮੇਰੇ ਖਿਆਲ ਨਾਲ। ਜੀ ਤਦ ਬਿਲਕੁਲ ਜੀ। ਤੱਕ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਤੇ ਖਾਲਸਾ, ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਕੀ ਫਤਿਹ। ਫਤਿਹ। ਦੋਸਤੋ, ਇਸ ਸਨ ਡਾਕਟਰ ਪ੍ਰਗਟ ਸਿੰਘ ਪੁਰ ਜੀ। ਅਸੀਂ ਇਹਨਾਂ ਦੇ ਬਹੁਤ ਹੀ ਧੰਨਵਾਦੀ ਹਾਂ, ਖਾਸ ਤੌਰ 'ਤੇ ਏਡੀ ਵੱਡੀ ਦੇਣ ਸਾਡੀ ਕਮਿਊਨਿਟੀ ਨੂੰ, ਔਰ ਇਸ ਔਖੇ ਸਮੇਂ ਦੇ ਵਿੱਚ ਆ ਕੇ ਉਹਨਾਂ ਨੇ ਸਾਡੀ ਭਾਸ਼ਾ ਦੇ ਵਿੱਚ ਸਾਨੂੰ ਜਿਹੜੀ ਗੱਲ ਸਮਝਾਉਂਦੇ ਆ, ਇਹ ਬਹੁਤ ਕਮਾਲ ਦੀ ਆ। ਔਰ ਇਹਦੇ ਲਈ ਸਾਡੀ ਸਾਰੀ ਕਮਿਊਨਿਟੀ, ਸਿਰਫ ਇੱਥੇ ਸਰੀ ਵੈਨਕੂਵਰ ਦੇ ਵਿੱਚ ਨਹੀਂ, ਪੂਰੇ ਕੈਨੇਡਾ ਦੇ ਵਿੱਚ ਨਹੀਂ, ਪੂਰੇ ਵਿਸ਼ਵ ਦੇ ਵਿੱਚ ਜਿੱਥੇ ਕਿਤੇ ਵੀ ਪੰਜਾਬੀ ਕਮਿਊਨਿਟੀ ਵਸਦੀ ਹੈ, ਉੱਥੇ ਉੱਥੇ ਉਹ ਡਾਕਟਰ ਪ੍ਰਗਟ ਸਿੰਘ ਪੁਰ ਜੀ ਹੁਣਾਂ ਦਾ ਖਾਸ ਤੌਰ 'ਤੇ ਇਸ ਮਾਮਲੇ ਦੇ ਵਿੱਚ ਧੰਨਵਾਦ ਕਰਨਗੇ ਕਿ ਔਰ ਇਸ ਰਿਸੋਰਸ ਦਾ, ਚੈਨਲ ਪੰਜਾਬੀ ਦਾ, ਜਿਹਦੇ ਜ਼ਰੀਏ ਡਾਕਟਰ ਪ੍ਰਗਟ ਸਿੰਘ ਪੁਰ ਜੀ ਇਸ ਵੇਲੇ ਪੂਰੇ ਵਿਸ਼ਵ ਦੇ ਵਿੱਚ ਜਿੱਥੇ ਜਿੱਥੇ ਪੰਜਾਬੀ ਆ, ਉੱਥੇ ਉੱਥੇ ਇਹਨਾਂ ਨੂੰ ਸੁਣਿਆ ਜਾ ਰਿਹਾ। ਵਟਸਐਪ ਗਰੁੱਪਾਂ ਦੇ ਵਿੱਚ, ਫੇਸਬੁੱਕ ਗਰੁੱਪਾਂ ਦੇ ਵਿੱਚ, ਯੂਟਿਊਬ 'ਤੇ ਹੋਰ ਵੀਡੀਓ 'ਤੇ ਮਿਲੀਅਨਸ ਆਫ ਵਿਊ ਇਹਨਾਂ ਦੇ, ਜਿਹੜੇ ਕਿਸੇ ਗਿਣਤੀ 'ਚ ਵੀ ਨਹੀਂ ਆਉਂਦੇ, ਉਹ ਵੀ ਲੋਕ ਇਹਨਾਂ ਨੂੰ ਦੇਖ ਰਹੇ ਆ। ਬਹੁਤੇ ਲੋਕਾਂ ਨੂੰ ਪਤਾ ਵੀ ਨਹੀਂ ਕਿ ਕੌਣ ਨੇ। ਪੰਜਾਬ ਦੇ ਵਿੱਚ ਕੁਛ ਇੱਦਾਂ ਦੀਆਂ ਜਿਹੜੇ ਗਰੁੱਪਸ ਦੇ ਵਿੱਚ ਜਾਂ ਉਹ ਹੋਰਾਂ ਥਾਵਾਂ ਦੇ ਉੱਤੇ ਸਾਨੂੰ ਗੱਲਾਂ ਬਾਤਾਂ ਪਤਾ ਲੱਗ ਰਹੀਆਂ, ਜਿਨ੍ਹਾਂ ਨੂੰ ਪਤਾ ਵੀ ਨਹੀਂ ਹੈ ਕੌਣ ਨੇ। ਡਾਕਟਰ ਪ੍ਰਗਟ ਸਿੰਘ ਪੁਰ ਜੀ, ਜਿਹੜੇ ਲੋਕ ਨਹੀਂ ਜਾਣਦੇ, ਸਰੀ ਵੈਨਕੂਵਰ ਦੇ ਵਿੱਚ ਬੱਚਿਆਂ ਦੇ ਮਾਹਰ ਡਾਕਟਰ ਨੇ, ਇੱਥੇ ਰਹਿੰਦੇ ਨੇ। ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਤੁਸੀਂ ਇਹਨਾਂ ਨੂੰ ਸੁਣ ਰਹੇ ਹੋ। ਅਸੀਂ ਤੁਹਾਡੇ ਵੱਲੋਂ ਵੀ ਡਾਕਟਰ ਪ੍ਰਗਟ ਸਿੰਘ ਪੁਰ ਜੀ ਉਹਨਾਂ ਦਾ ਖਾਸ ਤੌਰ 'ਤੇ ਧੰਨਵਾਦ ਕਰਦੇ ਹਾਂ। ਦੋਸਤੋ, ਪ੍ਰੋਗਰਾਮ ਦੇ ਦੂਜੇ ਹਿੱਸੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਹਰ ਵੀਰਵਾਰ ਸਰਦਾਰ ਕੁਲਮੀਤ ਸਿੰਘ ਸੰਘਾ ਹੋਣਾ ਨਾਲ, ਐਡਮਿੰਟਨ ਤੋਂ, ਚੈਨਲ ਪੰਜਾਬੀ ਦੇ ਸੀਨੀਅਰ ਜਰਨਲਿਸਟ। ਉਹ ਸਾਡੇ ਨਾਲ ਨੇ। ਸੰਘਾ ਸਾਹਿਬ ਦੇ ਨਾਲ ਅੱਜ ਅਸੀਂ ਗੱਲਬਾਤ ਕਰਦੇ ਹਾਂ। ਸਰਦਾਰ ਕੁਲਮੀਤ ਸਿੰਘ ਸੰਘਾ ਜੀ, ਬਹੁਤ ਬਹੁਤ ਸਵਾਗਤ ਹੈ, ਜੀ ਆਇਆਂ ਨੂੰ। ਧੰਨਵਾਦ ਜਸਕਰਨ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਖਾਲਸਾ, ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੰਘਾ ਸਾਹਿਬ, ਕੀ ਹਾਲਤ ਆ ਇਸ ਵੇਲੇ ਐਡਮਿੰਟਨ 'ਚ, ਅਲਬਰਟਾ 'ਚ, ਕਿਸ ਤਰ੍ਹਾਂ ਦੀ ਸਥਿਤੀ ਹੈ ਜੀ? ਉਹ ਜਸਕਰਨ ਜੀ, ਜਿਵੇਂ ਹੈ ਨਹੀਂ ਕਹਾਵਤ ਕਿ ਪ੍ਰਧਾਨ ਕਹਿੰਦੇ ਆ ਇੱਕ ਵਾਰੀ 'ਚ ਇੱਕੋ ਹੀ ਆਉਂਦਾ, ਪਰ ਮੁਸੀਬਤਾਂ ਜਿਹੜੀਆਂ ਨੇ ਉਹ ਕਈ ਆ ਜਾਂਦੀਆਂ ਜੀ। ਬਿਲਕੁਲ ਬਿਲਕੁਲ। ਅਲਬਰਟਾ ਦੇ ਨਾਲ ਵੀ ਕੁਝ ਅਜਿਹਾ ਹੀ ਹੋ ਰਿਹਾ। ਤੁਹਾਨੂੰ ਪਤਾ, ਜਿੱਥੇ ਸੂਬਾ ਜੀ ਸਾਰਾ ਕੋਵਿਡ-19 ਦੇ ਨਾਲ ਘੋਲ ਕਰ ਰਿਹਾ, ਬਾਕੀ ਦੇਸ਼ ਦੇ ਨਾਲ ਰਲ ਕੇ, ਉੱਥੇ ਜਿਹੜੀ ਆਰਥਿਕ ਤੌਰ ਤੇ ਮੰਦੀ ਜਿਹੜੀ ਆਈ ਹੋਈ ਹੈ ਜੀ, ਤੇਲ ਦੇ ਭਾਅ ਘੱਟ ਹੋਣ ਕਾਰਨ ਜੌਬਾਂ ਚਲੀਆਂ ਜਾਣੀਆਂ ਲੋਕਾਂ ਦੀਆਂ, ਔਰ ਸਰਕਾਰਾਂ ਦੇ ਕੋਲ ਪੈਸਾ ਨਹੀਂ ਆਉਣਾ, ਬਜਟ ਡੈਫੀਸਿਟ ਵੱਧ ਰਿਹਾ। ਔਰ ਹੁਣ ਇੱਕ ਹੋਰ ਜਿਹੜੀ ਜੀ ਨਵੀਂ ਮੁਸੀਬਤ ਖੜੀ ਹੋਈ ਆ, ਉਹ ਫੋਰਟ ਮਕਮਰੀ ਸ਼ਹਿਰ, ਜਿਹੜਾ ਮਤਲਬ ਉਹ ਇੱਕ ਕਿਸਮ ਦਾ ਇੱਕ ਡਾਰਲਿੰਗ ਦੇ ਤੌਰ ਤੇ ਜਾਣਿਆ ਜਾਂਦਾ। ਫੋਰਟ ਮਕਮਰੀ ਸ਼ਹਿਰ, ਜਦੋਂ ਉੱਥੇ ਤੇਲ ਕਰਕੇ ਜੌਬਾਂ ਆਰੰਭ ਹੋਈਆਂ ਸੀਗੀਆਂ, ਜੀ ਜੀ, ਦੁਨੀਆ ਭਰ ਤੋਂ ਲੋਕ ਉੱਥੇ ਕੰਮਕਾਰ ਕਰਨ ਆਉਂਦੇ ਸੀ। ਥਰੂ ਆਊਟ ਕੈਨੇਡਾ ਤੋਂ ਲੋਕੀ ਉੱਥੇ ਕੰਮਕਾਰ ਕਰਨ ਆਉਂਦੇ ਨੇ, ਪੈਸੇ ਕਮਾਉਂਦੇ ਆ ਲੋਕ। ਪਰ ਉੱਥੇ ਜਿੱਥੇ ਤੇਲ ਦੇ ਭਾਅ ਘੱਟ ਹੋਣ ਕਾਰਨ ਮੁਸ਼ਕਲਾਂ ਖੜੀਆਂ ਹੋਈਆਂ ਜੀ। ਤੁਹਾਨੂੰ ਯਾਦ ਹੋਣਾ, ਥੋੜੇ ਸਾਲ ਪਹਿਲਾਂ ਉੱਥੇ ਅੱਗਾਂ ਬੜੀਆਂ ਭਿਆਨਕ ਅੱਗਾਂ ਲੱਗੀਆਂ ਤੇ ਸਾਰਾ ਸ਼ਹਿਰ ਖਾਲੀ ਕਰਾਉਣਾ ਪੈ ਗਿਆ ਸੀ। ਔਰ ਉਸ ਵੇਲੇ ਸਾਰੇ ਦੇ ਸਾਰੇ 85,000 ਦੇ ਕਰੀਬ ਬੰਦਾ ਸੀ ਜਿਹੜਾ ਉਸ ਵੇਲੇ ਉੱਥੋਂ ਐਵੈਕੂਏਟ ਕੀਤਾ ਗਿਆ ਸੀ। ਪਰ ਹੁਣ ਉੱਥੇ ਜਿਹੜੇ ਦਰਿਆ ਨੇ, ਆਥਾਬਾਸਕਾ ਰਿਵਰ, ਉਹਦੇ ਵਿੱਚ ਆਈਸ ਬਿਲਡਅਪ ਹੋਣ ਕਾਰਨ ਉੱਥੇ ਹੜ੍ਹ ਆ ਗਿਆ ਜੀ। ਡਾਊਨਟਾਊਨ ਜਿਹੜਾ ਫੋਰਟ ਮਕਮਰੀ ਹੈ,
ਔਰ ਉਹਦਾ ਕਰਕੇ ਉੱਥੇ ਤਕਰੀਬ ਮਤਲਬ ਉਨੀ ਭੈੜੀ ਹਾਲਤ ਨਹੀਂ ਕਹੀ ਜਾ ਸਕਦੀ ਜਿੰਨੀ ਅੱਗਾਂ ਵੇਲੇ ਸੀਗੀ। ਪਰ ਇਹਦਾ ਜਿਹੜਾ ਇਸ ਵੇਲੇ ਇਹ ਵਾਪਰਨਾ, ਜੀ ਇਸ ਗੱਲ ਨੇ ਜੀ ਬੜਾ ਮਤਲਬ ਗਮਗੀਨ ਤੇ ਦੁਖਦਾਈ ਬਣਾਤਾ ਉਸ ਸ਼ਹਿਰ ਲਈ ਵੀ ਔਰ ਪੂਰੇ ਦੇ ਪੂਰੇ ਸੂਬੇ ਲਈ ਵੀ। ਕਿਉਂਕਿ ਜਦੋਂ ਉੱਥੇ ਭਿਆਨਕ ਅੱਗ ਲੱਗੀ ਸੀ ਤਾਂ ਸੂਬੇ ਕੋਲ ਉਸ ਵੇਲੇ ਮਤਲਬ ਜਿਹੜੇ ਤੇਲ ਦੇ ਭਾਅ ਸੀ ਠੀਕ ਸੀ, ਇੰਨੇ ਜ਼ਿਆਦਾ ਨਹੀਂ ਸੀ ਪਰ ਠੀਕ ਸੀ। ਜੀ ਜੀ ਆਰਥਿਕਤਾ ਫੇਰ ਵੀ ਚੱਲੀ ਜਾ ਰਹੀ ਸੀਗੀ। ਇਸ ਵੇਲੇ ਉਹ ਜਿਹੜਾ ਕੁਸ਼ਨ ਉਸ ਵੇਲੇ ਸੀ ਜੀ, ਉਹ ਇਸ ਵੇਲੇ ਉਹ ਕੁਸ਼ਨ ਨਹੀਂ ਹੈ। ਨਹੀਂ ਹੈ। ਸੋ ਇਸ ਕਰਕੇ ਬਹੁਤ ਵੱਡੀ ਮੁਸੀਬਤ ਫੋਰਟ ਮਕਮਰੀ ਦੇ ਵਿੱਚ ਬਣੀ ਹੋਈ ਹੈ ਜੀ। ਔਰ ਦੂਸਰਾ ਫਿਰ ਕੋਵਿਡ ਕਰਕੇ ਜਿਹੜੀਆਂ ਉੱਥੇ ਕੁਝ ਬਹੁਤ ਸਾਰੀਆਂ ਫੈਸਿਲਿਟੀਜ਼ ਆ, ਉੱਥੇ ਲੋਕਾਂ ਦਾ ਜਾਣਾ ਜਾਂ ਕਿਸੇ ਦੇ ਘਰ ਜਾਣਾ, ਇਸ ਗੱਲੋਂ ਵੀ ਡਰਨਾ ਕਿ ਭਾਈ ਮੋਰੇ ਕਿਸੇ ਬੰਦੇ ਨੂੰ ਇਹ ਬਿਮਾਰੀ ਨਾ ਹੋਵੇ ਜਾਂ ਅਸੀਂ ਨਾ ਕਿਸੇ ਨੂੰ ਕਰ ਦਈਏ ਕੁਝ। ਜੀ ਸੋ ਸਾਰੀਆਂ ਗੱਲਾਂ ਦਾ ਜੀ ਮਿਸ਼ਰਣ ਜਿਹੜਾ ਇਕੱਠਾ ਹੋ ਗਿਆ ਤੇ ਲੋਕਾਂ ਲਈ ਬਹੁਤ ਵੱਡੀ ਕੀ ਕਹਿੰਦੇ ਹੁੰਦੇ ਆ ਇੱਕ ਚੁਣੌਤੀ ਬਣੀ ਹੋਈ ਆ। ਹਾਲਾਂਕਿ ਅਲਬਰਟਾ ਸਰਕਾਰ ਨੇ ਕੱਲ ਇਹ ਅਨਾਉਂਸ ਕੀਤਾ ਕਿ ਬਈ ਉਹ ਹਰੇਕ ਵਿਅਕਤੀ ਨੂੰ $1250 ਦੀ ਰਾਹਤ ਦੇਣਗੇ। ਐਮਰਜੈਂਸੀ ਫੰਡ ਜਿਹੜਾ ਜਿਹੜੇ 18 ਸਾਲ ਦੀ ਉਮਰ ਤੱਕ ਦੇ ਨੇ ਉਹਨਾਂ ਨੂੰ $500 ਜਿਹੜਾ ਜੀ ਦਿੱਤਾ ਜਾਏਗਾ, ਜਿਹੜੀ ਜਿੱਦਾਂ ਕਹਿੰਦੇ ਇੰਟਰਮ ਜਿਹੜੀ ਮਦਦ ਹੈਗੀ ਆ। ਜੀ 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 ਜਿਹੜੇ ਬਜ਼ੁਰਗ ਨੇ ਉਹਨਾਂ ਲਈ ਬੜੀ ਮੁਸ਼ਕਲ ਉੱਥੇ ਬਣੀ ਹੋਈ ਹੈ ਜੀ। ਇੱਕ ਸੀਨੀਅਰ ਹੋਮ ਉੱਥੇ ਬਣਨ ਜਾ ਰਿਹਾ, ਫੈਸਿਲਿਟੀ ਜਿਹੜੀ ਸੀਗੀ ਉੱਥੇ ਵੀ ਇਹ ਪਾਣੀ ਜਾ ਖੜਾ ਹੋਇਆ ਤੇ ਉਹ ਅੰਡਰ ਕੰਸਟਰਕਸ਼ਨ ਹੀ ਕਹਿ ਲਓ, ਹਜੇ ਉਹਦੀ ਓਪਨਿੰਗ ਕਰਨੀ ਸੀ, ਉਹ ਵੀ ਹੁਣ ਜਿਹੜਾ ਡਾਮਾਡੋਲ ਹੋ ਗਈ ਹੈ ਸਥਿਤੀ ਜੀ ਸਾਰੀ ਉੱਥੇ। ਸੰਗਾ ਸਾਹਿਬ, ਫੋਰਟ ਮਕਮਰੀ ਕਿੱਥੇ ਪੈਂਦਾ ਐਡਮਿੰਟਨ ਤੋਂ, ਕਿਹੜੇ ਪਾਸੇ ਨੂੰ? ਕੋਈ ਥੋੜਾ ਜਿਹਾ ਸਾਡੇ ਜਿਹੜੇ ਬਹੁਤ ਪੂਰੇ ਕੈਨੇਡਾ ਦੇ ਵਿੱਚ ਲੋਕ ਦੇਖ ਰਹੇ ਆ, ਥੋੜਾ ਜਿਹਾ ਆਈਡੀਆ ਦਓਗੇ ਉਹਨਾਂ ਨੂੰ? ਇਹ ਜੀ ਨਾਰਥ ਵਾਲੇ ਪਾਸੇ ਆ, ਇੱਥੋਂ ਐਡਮਿੰਟਨ ਤੋਂ ਕੋਈ 4-5 ਘੰਟੇ ਦੀ ਡਰਾਈਵ ਆ ਨਾਰਥ ਨੂੰ। ਅੱਛਾ ਜੀ। ਫੋਰਟ ਮਕਮਰੀ ਜਿੱਥੇ ਮਤਲਬ ਬਹੁਤ ਸਾਰੀ ਦੁਨੀਆ ਤੁਹਾਨੂੰ ਪਤਾ ਕੰਮ ਕਰ ਇੱਥੇ ਕਰਨ ਆਉਂਦੀ ਸੀ ਜਦੋਂ ਪ੍ਰੋਜੈਕਟ ਚੱਲਦੇ ਆ, ਪਲਾਂਟ ਬਣਨੇ ਸੀਗੇ ਜਦੋਂ ਉਸ ਵੇਲੇ, ਚਾਹੇ BC ਤੋਂ ਕੋਈ ਵੈਲਡਰ ਆਏ ਨੇ, ਕੋਈ ਲੇਬਰ ਆਈ ਆ, ਇਸੇ ਤਰ੍ਹਾਂ ਨਿਊਫਾਊਂਡਲੈਂਡ ਟਰੱਕਿੰਗ ਵਾਲੇ ਬਹੁਤ ਲੋਕ ਜਾਂਦੇ ਸੀ ਜੀ, ਹਰ ਪਾਸੇ ਤੋਂ ਦੁਨੀਆ ਆਉਂਦੀ ਹੈ ਜੀ ਉੱਥੇ। ਔਰ ਫਿਰ ਜਦੋਂ ਲੌਂਗ ਟਰਮ ਜੌਬਸ ਵੀ ਕਈਆਂ ਨੂੰ ਉੱਥੇ ਮਿਲ ਜਾਂਦੀਆਂ ਸੀ, ਤੇ ਲੋਕ ਜਦੋਂ ਦੇਖੋ ਪੈਸੇ ਬਣਦੇ ਆ ਉਦੋਂ ਤਾਂ ਲੋਕ ਉਸ ਗੱਲ ਦੀ ਪਰਵਾਹ ਨਹੀਂ ਸੀ ਕਰਦੇ। ਹਵਾਈ ਜਹਾਜ਼ਾਂ 'ਚ ਆਉਣਾ ਜਾਣਾ ਹੁੰਦਾ ਸੀ ਕਿਉਂਕਿ ਕਾਰਾਂ 'ਚ ਤੁਸੀਂ ਏਡੀ ਦੂਰ ਜਾ ਨਹੀਂ ਸਕਦੇ ਮੁੜ ਕੇ ਆਪਣੇ ਘਰਾਂ ਨੂੰ। ਜੀ ਜੀ। ਪਰ ਹੁਣ ਜਦੋਂ ਮੁਸੀਬਤ ਆਈ ਹੈ ਜੀ ਤਾਂ ਉਹ ਸ਼ਹਿਰ ਇਸ ਵੇਲੇ ਇੱਦਾਂ ਲੱਗਦਾ ਉਹਨਾਂ ਨੂੰ, ਸ਼ਹਿਰ ਵਾਸੀਆਂ ਨੂੰ, ਵੀ ਸਾਨੂੰ ਸਾਰਾ ਸੂਬਾ ਜਿਹੜਾ, ਕਿਉਂਕਿ ਹੋਰ ਮੁਸੀਬਤਾਂ ਚੱਲ ਰਹੀਆਂ ਉਹਨਾਂ ਕਰਕੇ ਸਾਨੂੰ ਭੁੱਲੇ ਬੈਠੇ ਨੇ। ਪਰ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਜੀ ਵੀ ਉਹਨਾਂ ਦੀ ਮਦਦ ਜਿਹੜੀ ਆ, ਚਾਹੇ ਉਹ ਰੈੱਡ ਕਰਾਸ ਦੇ ਥਰੂ ਜਾਂ ਹੋਰ, ਮੈਨੂੰ ਯਾਦ ਆ ਉਸ ਵੇਲੇ ਜਦੋਂ ਅੱਗਾਂ ਲੱਗੀਆਂ ਸੀ ਤਾਂ BC ਤੋਂ ਬਹੁਤ ਸਾਰੇ ਲੋਕਾਂ ਨੇ ਜਿਹੜੀ ਮਦਦ ਭੇਜੀ ਸੀ ਜੀ, ਟਰੱਕ ਲੈ ਕੇ, ਟਰੱਕਾਂ ਦੇ ਟਰੱਕ ਆਏ ਸੀ, ਟਰੱਕਾਂ ਦੇ ਟਰੱਕ ਆਏ ਸੀ, ਤੁਹਾਨੂੰ ਵੀ ਯਾਦ ਹੋਣਾ। ਪਰ ਜੀ ਜੀ ਇਸ ਵੇਲੇ ਕਿਉਂਕਿ ਹਰ ਪਾਸੇ ਹੀ ਇਹ COVID-19 ਕਰਕੇ ਜੀ ਆਰਥਿਕਤਾ ਜਿਹੜੀ ਹਿੱਲੀ ਪਈ ਆ, ਇਸ ਕਰਕੇ ਲੋਕਾਂ ਨੂੰ ਫਿਕਰ ਲੱਗਦਾ ਵੀ ਕਿਤੇ ਦੁਨੀਆ ਸਾਨੂੰ ਇਸ ਮੁਸੀਬਤ ਦੀ ਘੜੀ ਦੇ ਵਿੱਚ ਭੁੱਲ ਹੀ ਨਾ ਜਾਵੇ। ਬਿਲਕੁਲ ਸੰਗਾ ਸਾਹਿਬ, ਜਦੋਂ ਤੁਸੀਂ ਸ਼ੁਰੂ ਦੇ ਵਿੱਚ ਕਿਹਾ ਜਦੋਂ ਮੁਸੀਬਤਾਂ ਆਉਂਦੀਆਂ ਫਿਰ ਇਕੱਠੀਆਂ ਹੀ ਆਉਂਦੀਆਂ, ਕਈ ਵਾਰੀ ਪਤਾ ਨਹੀਂ ਲੱਗਦਾ ਬੰਦੇ ਨੂੰ ਕਿ ਕੀ ਕਰਨਾ, ਪਰ ਇਹ ਵੀ ਮਾੜਾ ਸਮਾਂ ਵੀ ਲੰਘ ਜਾਂਦਾ, ਉਸ ਤੋਂ ਬਾਅਦ ਚੰਗਾ ਸਮਾਂ ਵੀ ਆਉਂਦਾ। ਇਸ ਵੇਲੇ ਇੱਕ ਪਾਸੇ ਤਾਂ COVID-19 ਆ, ਦੂਜੇ ਪਾਸੇ ਜਿਹੜੀ ਇਕੋਨਮੀ ਦੇ ਉੱਤੇ ਮਾਰ ਪੈ ਰਹੀ ਆ, ਦੁਨੀਆ ਦੇ ਵਿੱਚ ਤੇਲ ਦੀਆਂ ਕੀਮਤਾਂ ਘਟੀਆਂ ਆ, ਇਹਨੂੰ ਲੈ ਕੇ ਅਲਬਰਟਾ ਦੇ ਵਿੱਚ ਜਾਂ ਐਡਮਿੰਟਨ ਦੇ ਵਿੱਚ ਜਿਹੜੇ ਲੋਕ ਜਿਨ੍ਹਾਂ ਦੇ ਨਾਲ ਤੁਸੀਂ ਵਿਚਰਦੇ ਆ ਨਿੱਜੀ ਤੌਰ 'ਤੇ, ਲੋਕ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਜਾਂ ਉਹਨਾਂ ਦੇ ਮਨ ਵਿੱਚ ਕਿਸ ਤਰ੍ਹਾਂ ਦੇ ਤੌਖਲੇ, ਡਰ ਜਾਂ ਵਿਚਾਰ ਨੇ ਜੀ? ਇੱਦਾਂ ਜਿਸ ਕਾਰਨ ਵੀ ਲੋਕ ਫਿਕਰ ਵਿੱਚ ਨੇ। ਗੱਲ ਇੱਦਾਂ ਹੁੰਦੀ ਹੈ ਜਿਵੇਂ ਨਾ ਤੁਸੀਂ ਫਰਜ਼ ਕਰੋ ਅੱਜ ਮੌਰਟਗੇਜ ਸਾਈਨ ਕਰਿਆ ਤੇ ਦੂਸਰੇ ਦਿਨ ਤੁਹਾਨੂੰ ਪਤਾ ਲੱਗੇ ਵੀ ਤੁਹਾਡੀ ਜੌਬ ਜਾਂਦੀ ਰਹੀ ਆ ਜੀ। ਇਹ ਹਾਲਾਤ ਇਸ ਤਰ੍ਹਾਂ ਦੇ ਬਣੇ ਨੇ, ਲੋਕਾਂ ਦੇ ਮਨਾਂ ਦੇ ਵਿੱਚ ਚਿੰਤਾ, ਫਿਕਰ ਆ ਵੀ ਕੀ ਬਣੇਗਾ ਸੂਬੇ ਦਾ। ਹਾਲਾਂਕਿ ਦੇਖੋ ਇਹ ਨਹੀਂ ਵੀ ਬਿਲਕੁਲ ਹੀ ਸਭ ਕੁਝ ਹੀ ਲੌਸਟ ਆ। ਅੱਜ ਹੀ ਇੱਕ ਸਾਡੇ ਖਬਰ ਆ ਰਹੀ ਆ ਕਿ ਜਿਹੜੀਆਂ ਕੁਝ ਕੰਪਨੀਆਂ ਨੇ, ਜਿਹੜੀਆਂ ਡਰਿਲਿੰਗ ਕੰਪਨੀਆਂ ਆ, ਉਹ ਜਿਹੜੇ ਕੁਝ ਲੋਕ এনवायरमेंटल ਦਾ ਧਿਆਨ ਰੱਖਦੇ ਹੋਏ ਤੇ ਉਹ ਕਹਿੰਦੇ ਜੀ ਹੋਰ ਕੰਪਨੀਆਂ ਦੇ ਨਾਲ ਰਲ ਕੇ ਥਰਮਲ ਜਿਹੜੀ ਹੀਟ ਜਾਂ ਬਿਜਲੀ ਪੈਦਾ ਕਰਨ ਦੇ ਜਿਹੜੇ ਸਾਧਨ ਆ ਉਹ ਪੈਦਾ ਕੀਤੇ ਜਾ ਸਕਦੇ ਨੇ ਤਾਂ ਕਿ ਉਹ ਡਰਿਲਿੰਗ ਦਾ ਕੰਮ ਜਿਹੜਾ ਉਸ ਕੰਮ ਲਈ ਆਰੰਭਿਆ ਜਾ ਸਕੇ। ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਉਹ ਸ਼ੁਰੂ ਹੋ ਜਾਏ ਤੇ ਇੱਕ ਚੰਗੀ ਮਤਲਬ ਸ਼ਗਨ ਆ ਕਹਿ ਲਓ ਕਿ ਜੇ ਉਸ ਤਰ੍ਹਾਂ ਦਾ ਕੰਮਕਾਰ ਆਰੰਭ ਹੋ ਜਾਏ ਤਾਂ ਹੋਰ ਜੌਬਾਂ ਜਿਹੜੀਆਂ ਕ੍ਰੀਏਟ ਹੋ ਸਕਦੀਆਂ ਨੇ। ਪਰ ਜਿੱਥੋਂ ਤੱਕ ਤੇਲ ਵਾਲੇ ਸਿਲਸਿਲੇ ਦੀ ਗੱਲ ਹੈ ਜੀ, ਇਹ ਦੁਨੀਆ ਦੇ ਵਿੱਚ ਅੱਜ ਕੱਲ੍ਹ ਦਾ ਆਪਾਂ ਦੇਖ ਰਹੇ ਹਾਂ ਵੀ ਤੇਲ ਕਦੇ
ਥੋੜ੍ਹੇ ਜਿਹਾ ਡਾਲਰ ਉੱਪਰ ਚਲੇ ਜਾਂਦਾ ਆ, ਕਦੇ ਫੇਰ ਥੱਲੇ ਆ ਜਾਂਦਾ, ਕਿਉਂਕਿ ਇਹਦੇ 'ਚ ਅਨਸਰਟਨਟੀ ਬਹੁਤ ਆ ਚੁੱਕੀ ਆ। ਇਸ ਵੇਲੇ ਮਾਰਕੀਟ ਫਲੱਡ ਹੋਈ ਫਿਰਦੀ ਆ ਤੇਲ ਦੇ ਨਾਲ, ਔਰ ਜਿੰਨੀ ਦੇਰ ਤੱਕ ਇਹ ਮੁੜ ਕੇ ਡਿਮਾਂਡ ਜਿਹੜੀ ਆ ਜੀ ਉਹ ਨਹੀਂ ਵੱਧਦੀ, ਉਨੀ ਦੇਰ ਤੱਕ ਇਹ ਕੋਈ ਹੱਲ ਨਹੀਂ ਇਹਦਾ ਸਾਹਮਣੇ ਨਜ਼ਰ ਆ ਰਿਹਾ। ਔਰ ਸਰਕਾਰਾਂ ਵੀ ਜਿਹੜੀਆਂ ਨੇ ਜੀ ਉਹ ਵੀ ਬਿਲਕੁਲ ਇਸ ਗੱਲ ਤੋਂ ਚਿੰਤਤ ਨੇ, ਕਿਉਂਕਿ ਉਹਨਾਂ ਨੂੰ ਵੀ ਕੁਝ ਨਹੀਂ ਪਤਾ ਲੱਗ ਰਿਹਾ ਵੀ ਇਹ ਤੇਲ ਦੇ ਭਾਅ ਜਾਣੇ ਕਿੱਧਰ ਨੂੰ। ਕਿਉਂਕਿ ਸਾਡਾ ਜਦੋਂ ਬਜਟ ਪਿੱਛੇ ਪੇਸ਼ ਕੀਤਾ ਸੀ ਜੇਸਨ ਕੈਨੀ ਹੋਰਾਂ ਨੇ, ਤਾਂ ਉਹ $55 ਦੇ ਕਰੀਬ ਜੀ ਉਹਨਾਂ ਕੀਮਤ ਰੱਖੀ ਸੀਗੀ ਬੈਰਲ ਦੀ। ਤੇ ਹੁਣ ਤੁਹਾਨੂੰ ਪਤਾ ਵੀ ਇੱਥੇ ਮੁਫਤ ਦੇ ਵਿੱਚ ਹੀ ਤੇਲ ਦਿੱਤਾ ਜਾ ਰਿਹਾ ਸੀ ਆਲਮੋਸਟ। ਜਿਵੇਂ ਪੰਜਾਬ ਦੇ ਵਿੱਚ ਕਿਸਾਨ ਫਸਲਾਂ ਜਿਹੜੀਆਂ ਮੁਫਤ ਹੀ ਸਿੱਟੀ ਜਾਂਦੇ ਆ, ਇਸੇ ਤਰ੍ਹਾਂ ਇੱਥੇ ਤੇਲ ਜਿਹੜਾ ਜੀ ਮੁਫਤ ਦਿੱਤਾ ਜਾ ਰਿਹਾ ਸੀ, ਸਗੋਂ ਨਾਲ ਪੈਸੇ ਵੀ ਦਿੱਤੇ ਜਾ ਰਹੇ ਸੀ। ਸੰਘਾ ਸਾਹਿਬ, ਇਹਦਾ ਸਿੱਧਾ ਪ੍ਰਭਾਵ ਕੀ ਪੈ ਰਿਹਾ ਕੰਮਾਂ ਕਾਰਾਂ ਦੇ ਉੱਤੇ? ਬਿਨਾਂ ਸ਼ੱਕ ਸਟੇਟ ਦੀ ਇਕਨੋਮੀ ਤਾਂ ਉਹਦੇ ਉੱਤੇ ਖੜੀ ਆ ਆਲ ਦੇ ਉੱਤੇ। ਆਮ ਬੰਦਾ ਜਿਹੜਾ ਇੱਕ ਸਧਾਰਨ ਬੰਦਾ ਜਦੋਂ ਅਲਬਰਟਾ ਨੂੰ ਦੇਖਦਾ ਆ, ਵੱਖ-ਵੱਖ ਖੇਤਾਂ ਦੇ ਵਿੱਚ, ਫੀਲਡਸ ਦੇ ਵਿੱਚ ਜਿਹੜਾ ਉਹ ਤੇਲ ਕੱਢਿਆ ਜਾ ਰਿਹਾ ਆ, ਇਹਦੇ ਨਾਲ ਡਾਇਰੈਕਟਲੀ ਅਸਰ ਕੀ ਪੈਂਦਾ? ਇੱਕ ਬੰਦਾ ਜਿਹੜਾ ਕੰਸਟਰਕਸ਼ਨ ਵਾਲਾ ਆ, ਇੱਕ ਜਿਹੜਾ ਕਿਸੇ ਵੇਅਰ ਹਾਊਸ 'ਚ ਕੰਮ ਕਰਦਾ ਆ, ਇੱਕ ਜਿਹੜਾ ਕਿਸੇ ਗਰੋਸਰੀ ਸਟੋਰ 'ਤੇ ਕੰਮ ਕਰਦਾ ਹੈ ਜਾਂ ਪੀਜ਼ਾ ਸਟੋਰ ਆ, ਇਹਦਾ ਸਿੱਧਾ ਅਸਰ ਕਿਸ ਤਰ੍ਹਾਂ ਪੈਂਦਾ ਜੀ? ਥੋੜ੍ਹਾ ਜਿਹਾ ਜੇ ਸਮਝਣਾ ਹੋਵੇ। ਜਿਸ ਕਾਰਨ ਜੀ ਦੇਖੋ, ਜਿਹੜਾ ਇਹ ਸੂਬਾ ਅਲਬਰਟਾ, ਇਹਦੇ 'ਚ ਜਿਵੇਂ ਅੱਗੇ ਵੀ ਆਪਾਂ ਗੱਲ ਕੀਤੀ ਆ, 25-30% ਜਿਹੜਾ ਜੀ ਸਰਕਾਰ ਨੂੰ ਪੈਸਾ ਆ ਉਹ ਐਨਰਜੀ ਸੈਕਟਰ ਤੋਂ ਆਉਂਦਾ ਜੀ। ਔਰ ਜਿਹੜਾ ਇਹ ਨਾਰਦਰਨ ਹਿੱਸਾ ਹੈ, ਜਿਵੇਂ ਹੁਣ ਐਡਮੰਟਨ ਦਾ ਏਰੀਆ, ਇਹ ਐਜ਼ ਏ ਸਰਵਿਸ ਟਾਊਨ ਗਿਣਿਆ ਜਾਂਦਾ ਸੀਗਾ। ਵੀ ਜਿਹੜੀਆਂ ਸਰਵਿਸ ਕਰਨ ਦੀਆਂ ਜੌਬਸ ਆ ਉਹ ਐਡਮੰਟਨ ਜਾਂ ਨਾਰਥ ਵਾਲੇ ਹਿੱਸੇ ਵਿੱਚ ਨੇ, ਤਾਂ ਕਿ ਜੋ ਕੁਝ ਉੱਥੇ ਫੋਰਟ ਮਕਮਰੀ ਦੇ ਵਿੱਚ ਜਾਂ ਆਲੇ ਦੁਆਲੇ ਜਿੰਨੇ ਵੀ ਉੱਥੇ ਪ੍ਰੋਜੈਕਟ ਚੱਲਦੇ ਨੇ, ਉਹਨਾਂ ਲਈ ਜਿਹੜਾ ਸਰਵਿਸਿੰਗ ਦਾ ਕੰਮ ਕਰ ਰਿਹਾ ਉਹ ਇਸ ਏਰੀਏ ਤੋਂ ਹੁੰਦਾ ਸੀ। ਸੋ ਜੇ ਉਧਰ ਪਲਾਂਟ ਹੀ ਕੋਈ ਨਹੀਂ ਚੱਲ ਰਿਹਾ ਜਾਂ ਬਹੁਤ ਘੱਟ ਕੈਪੈਸਿਟੀ ਤੇ ਅਗਰ ਉਹ ਕੰਮ ਕਰ ਰਹੇ ਨੇ, ਤਾਂ ਜਿਸ ਕਾਰਨ ਜੀ ਇੱਥੇ ਕੁਦਰਤੀ ਗੱਲ ਆ ਵੀ ਇੱਥੇ ਜਿਹੜੀਆਂ ਜੌਬਸ ਆ ਉਹਨਾਂ ਸਾਰੀਆਂ ਤੇ ਅਸਰ ਪੈਂਦਾ ਹੈ। ਕਿਉਂਕਿ ਇਹ ਇੱਕ ਡੋਮੀਨੋ ਇਫੈਕਟ ਆ, ਰਿਟੇਲ ਤੇ ਵੀ ਅਸਰ ਪਏਗਾ, ਕੰਸਟਰਕਸ਼ਨ ਤੇ ਵੀ ਪੈਣਾ, ਜਿਹੜੀ ਟਰੱਕਿੰਗ ਆ ਉਹਦੇ ਤੇ ਵੀ ਅਸਰ ਪੈਣਾ ਆ, ਹਰ ਪਾਸੇ ਮਤਲਬ ਜਿਹੜਾ ਜੀ ਉਸ ਗੱਲ ਦਾ ਅਸਰ ਪੈਂਦਾ ਹੈ। ਸੋ ਮਤਲਬ ਇਸੇ ਕਰਕੇ ਉਹ ਜਿਵੇਂ ਕਹਿੰਦੇ ਨਾ ਵੀ ਜਦੋਂ ਉੱਥੇ ਕੰਮ ਸ਼ੁਰੂ ਹੋ ਜਾਂਦੇ ਨੇ ਤਾਂ ਫਿਰ ਸਾਰੇ ਪਾਸੇ ਹੀ ਲਹਿਰਾਂ ਬਹਿਰਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਰੀਅਲ ਸਟੇਟ ਮਾਰਕੀਟ ਦੇ ਕੋਈ ਪ੍ਰੈਡਿਕਸ਼ਨ ਆ ਰਹੀ ਜੀ? ਕੋਈ ਅਸਰ ਪੈ ਰਿਹਾ? ਘਰ ਕੋਲ ਬਹੁਤ ਸਸਤੇ ਹੋ ਜਾਣਗੇ, ਅੱਧੋ ਅੱਧ ਹੋ ਜਾਣਗੇ, ਜਾਂ ਅਜੇ ਤੱਕ ਕੁਛ ਨਹੀਂ ਆਈਡੀਆ? ਕੁਛ ਇਹਦੇ ਤੇ ਚਰਚਾ ਹੈ? ਹਜੇ ਦੀ ਜਿਹੜੀ ਗੱਲ ਰੀਅਲ ਏਸਟੇਟ ਵਾਲੇ ਪੱਖ ਤੋਂ ਆ, ਉਹ ਮਤਲਬ ਜਿਹੜੀਆਂ ਘਰਾਂ ਦੀਆਂ ਕੀਮਤਾਂ ਪਹਿਲਾਂ ਨਾਲੋਂ ਘਟੀਆਂ ਤਾਂ ਹੈ, ਪਰ ਇੰਨੀਆਂ ਜ਼ਿਆਦਾ ਨਹੀਂ ਹਜੇ ਘਟੀਆਂ। ਹਜੇ ਲੋਕੀ ਹੋਲਡ ਕਰੀ ਬੈਠੇ ਨੇ, ਕਿਉਂਕਿ ਤੁਹਾਨੂੰ ਪਤਾ ਇੰਟਰਸਟ ਰੇਟ ਜਿਹੜੇ ਸੀਗੇ ਬਹੁਤ ਲੋ ਆ। ਸੋ ਸਮਹਾਉ ਲੋਕ ਜੇ ਜਾਣਗੇ ਵੀ ਤਾਂ ਜੀ ਐਡਮਿੰਟਨ ਛੱਡ ਕੇ ਕਿਹੜੀ ਜਗ੍ਹਾ ਤੇ ਜਾਣਗੇ? ਕੋਈ ਸੌਖਾ ਕੰਮ ਨਹੀਂ, ਔਰ ਇੰਨਾ ਸੌਖਾ ਵੀ ਨਹੀਂ ਹੈ ਲੋਕਾਂ ਲਈ ਕਿ ਉਹ ਜਿਵੇਂ 80ਵੇਂ ਦੇ ਦਹਾਕੇ 'ਚ ਹੋਇਆ ਸੀ ਕਿ ਲੋਕ ਆਪਣੀਆਂ ਜੀ ਮੌਰਗੇਜ ਬੈਂਕ ਨੂੰ ਫੜਾ ਗਏ ਵੀ ਆਹ ਚੱਕੋ ਘਰ ਚਾਬੀਆਂ ਤੇ ਅਸੀਂ ਚੱਲੇ। ਅੱਜ ਕੱਲ੍ਹ ਹੁਣ ਤੁਸੀਂ ਉਹ ਵੀ ਨਹੀਂ ਕਰ ਸਕਦੇ, ਉਹ ਤੁਹਾਨੂੰ ਬੈਂਕਰਪਸੀ ਕਰਨੀ ਪਏਗੀ ਜੇ ਤੁਸੀਂ ਅਗਰ ਉਹ ਮਤਲਬ ਬੈਂਕ ਨੂੰ ਛੱਡ ਕੇ ਜਾਣਾ, ਤਾਂ ਤੁਹਾਡਾ ਖਹਿੜਾ ਛੱਡਣਗੇ, ਵਰਨਾ ਉਹ ਤੁਹਾਡਾ ਖਹਿੜਾ ਨਹੀਂ ਛੱਡਣਗੇ। ਸੋ ਇਹ ਮੁਸੀਬਤਾਂ ਲੋਕਾਂ ਲਈ ਬਣੀਆਂ ਹੋਈਆਂ ਨੇ। ਇਸ ਕਰਕੇ ਲੋਕ ਹਜੇ ਦੇਖ ਰਹੇ ਆ ਵੀ ਕੰਮ ਕਰ ਜੇ ਸ਼ਾਇਦ ਆਰੰਭ ਹੋ ਜਾਏ ਜਾਂ ਕੋਈ ਹੋਰ ਕਾਰੋਬਾਰ ਜਿਹੜਾ ਕਿਸੇ ਤਰ੍ਹਾਂ ਦਾ ਜਿਹਦੇ ਵਿੱਚ ਉਹ ਪੈ ਸਕਣ, ਤਾਂ ਉਹ ਇਸ ਪੱਖੋਂ ਇੰਤਜ਼ਾਰ ਕਰ ਰਹੇ ਨੇ। ਫੈਡਰਲ ਸਰਕਾਰ ਨੇ ਬਹੁਤ ਸਾਰੀ ਮਦਦ ਕੀਤੀ ਹੈ CARB ਦੇ ਥਰੂ। ਅੱਜ ਤੁਸੀਂ ਜ਼ਿਕਰ ਕੀਤਾ ਪ੍ਰੋਵਿੰਸ਼ਲ ਸਰਕਾਰ ਤੁਹਾਡੀ ਮਦਦ ਕਰ ਰਹੀ ਹੈ, $1200 ਜਾਂ ਕੁਛ ਜਿਹੜੇ ਹੋਰ ਬੈਨੀਫਿਟ ਦੇ ਰਹੀ ਹੈ। ਲੋਕ ਸੰਤੁਸ਼ਟ ਨੇ ਇਹਦੇ ਤੋਂ ਜਾਂ ਕੀ ਰਿਐਕਸ਼ਨ ਹੈ ਜੀ? ਇੱਦਾਂ ਹੈ ਜਿਸ ਕਾਰਨ ਜੀ ਇਹ ਇੱਕ ਉਹ ਜਿਵੇਂ ਕਹਿੰਦੇ ਹੁੰਦੇ ਨਾ ਟੈਂਪਰੇਰੀ ਗੱਲਬਾਤ ਹੈ। ਤੁਹਾਡਾ ਦਿਨ ਟਪਾਊ ਕੰਮ ਹੈ, ਥੋੜੇ ਦਿਨਾਂ ਲਈ ਤੁਹਾਡਾ ਬੁੱਤਾ ਲੱਗ ਜਾਏਗਾ, ਪਰ ਜਦੋਂ ਤੁਸੀਂ ਲੌਂਗ ਟਰਮ ਦੀ ਗੱਲ ਦੇਖਦੇ ਆ ਜਨਾਬ, ਉਹ ਤਾਂ ਪੱਕੀਆਂ ਜੌਬਾਂ ਚਾਹੀਦੀਆਂ ਨੇ। ਬਿਲਕੁਲ। ਉਹਦੇ ਲਈ ਸਾਡੇ ਸੂਬੇ ਦੇ ਵਿੱਚ ਬੜੇ ਚਿਰਾਂ ਤੋਂ ਗੱਲਬਾਤ ਚੱਲੀ ਆ ਰਹੀ ਵੀ ਸਾਨੂੰ ਡਾਇਵਰਸੀਫਾਈ ਜਿਹੜਾ ਕੰਮ ਕਰ ਰਿਹਾ ਜੀ ਇਕਨੋਮੀ ਦਾ ਕਰਨਾ ਚਾਹੀਦਾ, ਇਕੱਲੇ ਤੇਲ ਤੇ ਹੀ ਨਿਰਭਰ ਨਹੀਂ ਹੋਣਾ ਚਾਹੀਦਾ। ਹੋਰ ਵੱਖਰੀਆਂ ਵੱਖਰੀਆਂ ਇੰਡਸਟਰੀ ਜਿਹੜੀਆਂ ਉਹਨਾਂ ਨੂੰ ਇੱਥੇ ਵਧਾਉਣਾ ਚਾਹੀਦਾ। ਇੱਕ ਇਹ ਵੀ ਮਾਰ ਪੈਂਦੀ ਹੈ ਜੀ ਕਿਉਂਕਿ ਸਾਡੇ ਓਡੀ ਵੱਡੀ ਆਬਾਦੀ ਨਹੀਂ ਹੈ। ਜਿਹੜੀਆਂ ਬਾਹਰਲੀਆਂ ਵੱਡੀਆਂ ਕੰਪਨੀਆਂ ਉਹ ਉਸ ਹਿਸਾਬ ਦੇ ਨਾਲ ਇੱਥੇ ਆਉਂਦੀਆਂ ਵੀ ਨਹੀਂ ਸੈਟਅਪ ਕਰਨ ਲਈ। ਸੋ ਲੋਕਾਂ ਨੂੰ ਲੋਕਲੀ ਕੁਝ ਨਾ ਕੁਝ ਜਿਹੜਾ ਹੈ ਜੀ ਉਹ ਕਰਨਾ ਪਏਗਾ ਜਿਹਦੇ ਨਾਲ ਡਾਇਵਰਸੀਫਾਈ ਵੀ ਹੋਵੇ, ਔਰ ਜਿਹੜੇ ਨੌਜਵਾਨ ਕਾਲਜ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਆ
ਉਹ ਆਪਣੇ ਕਾਰੋਬਾਰ ਆਰੰਭ ਕਰ ਸਕਣ। ਸਰਕਾਰਾਂ ਨੂੰ ਥੋੜ੍ਹੀ ਉਹਨਾਂ ਨੂੰ ਮਦਦ ਕਰਨੀ ਪਏਗੀ। ਇਸ ਤਰ੍ਹਾਂ ਦਾ ਸਿਲਸਿਲੇ ਦੇ ਨਾਲ ਜੀ ਕੰਮ ਸ਼ੁਰੂ ਹੋ ਸਕਦਾ। ਵਰਨਾ ਜੇ ਅਸੀਂ ਤੇਲ ਤੇ ਹੀ ਡਿਪੈਂਡੈਂਟ ਰਹੇ ਤਾਂ ਜੀ ਉਹ ਬੜਾ ਔਖਾ ਕੰਮ ਦਿਸ ਰਿਹਾ ਇਸ ਵੇਲੇ, ਜਿਸ ਤਰ੍ਹਾਂ ਦੇ ਹਾਲਾਤ ਦੁਨੀਆ ਵਿੱਚ ਬਣੇ ਹੋਏ ਨੇ। ਜੀ ਸੰਘਾ ਸਾਹਿਬ, ਆਖਰ ਦੇ ਵਿੱਚ ਕੋਈ ਗੱਲਬਾਤ ਕੋਈ ਰਹਿ ਗਈ ਹੋਵੇ, ਕੋਈ ਸੁਨੇਹਾ ਸਾਡੇ ਦਰਸ਼ਕਾਂ ਲਈ ਜੀ? ਦੂਸਰਾ ਜੀ, ਸਾਡੇ ਉਹ 2 ਮੀਟ ਪਲਾਂਟ ਸੀਗੇ, ਇੱਕ ਕਾਰਗਿਲ ਵਾਲਿਆਂ ਦਾ, ਇੱਕ JBS ਵਾਲਿਆਂ ਦਾ। ਉਹ ਕਾਰਗਿਲ ਪਲਾਂਟ ਜਿਹੜਾ ਆ ਉੱਥੇ ਕਾਫੀ ਲੋਕ ਜਿਹੜੇ ਸੀਗੇ ਜੀ ਉਹ ਪਾਏ ਗਏ ਸੀਗੇ ਪੋਜ਼ਿਟਿਵ COVID-19 ਲਈ। ਉਹ ਬੰਦ ਕਰ ਦਿੱਤਾ ਗਿਆ ਸੀ। ਪਰ ਆ ਹੁਣ ਕੱਲ ਪਰਸੋਂ ਦੀ ਗੱਲ ਹੋ ਰਹੀ ਹੈ ਜੀ ਵੀ ਉਹ ਛੇਤੀ ਹੀ ਖੋਲ੍ਹ ਦਿੱਤਾ ਜਾਏਗਾ, ਜਦੋਂ ਕਿ ਉੱਥੇ ਜਿਹੜੇ ਵਰਕਰ ਨੇ ਉਹ ਕਹਿ ਰਿਹਾ ਵੀ ਭਾਈ ਇਹ ਸੇਫ ਨਹੀਂ ਹੈ ਗੱਲਬਾਤ, ਇਹਨੂੰ ਨਹੀਂ ਖੋਲ੍ਹਣਾ ਚਾਹੀਦਾ। ਪਰ ਜਿਹੜੀ ਕੰਪਨੀ ਆ ਉਹ ਕਹਿੰਦੇ ਜੀ ਵੀ ਜਿਹੜੇ ਬੰਦੇ ਫਿੱਟ ਹੈਗੇ ਆ ਉਹ ਕੰਮ ਤੇ ਆ ਸਕਦੇ ਆ, ਪਰ ਵਰਕਰ ਡਰ ਰਹੇ ਆ। ਔਰ ਉਹਨਾਂ ਦੀ ਜਿਹੜੀ ਯੂਨੀਅਨ ਹੈਗੀ ਆ ਜੀ ਉਹ ਕਹਿ ਰਿਹਾ ਵੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵੀ ਸਾਡੇ ਪਾਸ ਲੀਗਲ ਚੈਨਲ ਹੋਇਆ ਅਸੀਂ ਉਹਦੇ ਰਾਹੀਂ ਇਸ ਗੱਲ ਨੂੰ ਸਟਾਪ ਕਰਨ ਦਾ ਯਤਨ ਕਰਾਂਗੇ, ਤਾਂ ਕਿ ਲੋਕਾਂ ਨੂੰ ਫੋਰਸ ਨਾ ਕੀਤਾ ਜਾ ਸਕੇ ਵੀ ਭਾਈ ਉਹ ਕੰਮ ਤੇ ਆਉਣ। ਸੋ ਇਹ ਵੀ ਇੱਕ ਮੀਟ ਪਲਾਂਟ ਜੀ, ਉਹਦੇ ਨਾਲ ਇੱਕ JBS ਵਾਲਿਆਂ ਦਾ ਪਲਾਂਟ ਆ, ਉਹ ਬੰਦ ਤਾਂ ਨਹੀਂ ਸੀ ਹੋਇਆ, ਪਰ ਉੱਥੇ ਵੀ ਇਹ ਪ੍ਰੋਬਲਮ ਹੈਗੀ ਹੈ। ਜਿਹੜੇ ਵਰਕਰ ਆ ਜੀ ਉਹਨਾਂ ਨੂੰ ਇਹਨਾਂ ਗੱਲਾਂ ਦਾ ਖਦਸ਼ਾ ਹੈਗਾ ਵੀ ਭਾਈ ਅਸੀਂ ਜਾਵਾਂਗੇ ਤੇ ਮੁੜ ਕੇ ਬਿਮਾਰ ਹੋ ਜਾਵਾਂਗੇ ਜਾਂ ਹੋਰਾਂ ਨੂੰ ਅਸੀਂ ਬਿਮਾਰ ਕਰਾਂਗੇ। ਦੂਸਰੇ ਪਾਸੇ ਇੱਕ ਕੱਲ ਗਰੁੱਪ ਸੀ ਜੀ ਸਾਡੇ ਇੱਥੇ ਅਲਬਰਟਾ ਲੈਜਿਸਲੇਚਰ ਤੇ, ਉਹ ਪਹੁੰਚੇ ਹੋਏ ਸੀਗੇ ਜੀ ਵੀ ਇਹ ਜਿਹੜੀਆਂ ਕੰਡੀਸ਼ਨਾਂ ਲਾਈਆਂ ਹੋਈਆਂ, ਰਿਸਟ੍ਰਿਕਸ਼ਨਸ ਲਾਈਆਂ ਹੋਈਆਂ, ਇਹਨਾਂ ਨੂੰ ਛੇਤੀ ਹਟਾਓ। ਉਹ ਬੈਨਰ ਲੈ ਕੇ ਪਹੁੰਚੇ ਹੋਏ ਸੀਗੇ। ਉੱਥੇ ਕੋਈ 100-200 ਬੰਦਾ ਇਕੱਠਾ ਹੋਇਆ, ਪਰ ਬਾਅਦ ਦੇ ਵਿੱਚ ਜਦੋਂ ਉੱਥੇ ਪੁਲਿਸ ਪਹੁੰਚ ਗਈ ਉਹਨਾਂ ਨੇ ਉਹਨਾਂ ਦਾ ਜਿਹੜਾ ਚੌਧਰੀ ਸੀ ਬੰਦਾ, ਜਿਹੜਾ ਮੂਹਰੇ ਹੋ ਕੇ, ਮਾਈਕਲ ਬੈਨਰ ਉਹਦਾ ਨਾਂ, ਉਹਨੂੰ ਕਿਹਾ ਵੀ ਭਾਈ ਅਸੀਂ ਤੁਹਾਨੂੰ 15 ਮਿੰਟ ਦਿੰਦੇ ਆ, ਉਹਨਾਂ 15 ਮਿੰਟਾਂ ਵਿੱਚ ਤੁਸੀਂ ਇੱਥੋਂ ਡਿਸਪਰਸ ਹੋ ਜਾਓ, ਵਰਨਾ ਅਸੀਂ ਤੁਹਾਨੂੰ ਟਿਕਟ ਦੇ ਦੇਣੀ ਆ। ਤੇ ਉਹ ਜਦੋਂ ਅਨਾਊਂਸਮੈਂਟ ਹੁੰਦੀ ਸੀ ਜੀ ਅੱਧੇ ਕੁ ਤਾਂ ਉਦੋਂ ਹੀ ਉਹ ਚਲੇ ਗਏ, ਤੇ ਅੱਧੇ ਜਿਹੜੇ ਆ ਫਿਰ ਉਹ ਬਾਅਦ 'ਚ ਜਦੋਂ ਅਨਾਊਂਸਮੈਂਟ ਤੋਂ ਹੋਣ ਤੋਂ ਬਾਅਦ ਖਿਸਕ ਗਏ ਉੱਥੋਂ। ਪਰ ਲੋਕਾਂ ਦੇ ਵਿੱਚ ਇਹ ਉਕਸੁਕਤਾ, ਉਹ ਮਤਲਬ ਡੋਨਲਡ ਟਰੰਪ ਦੀਆਂ ਵੀ ਸਿਫਤਾਂ ਕਰ ਰਹੇ ਸੀਗੇ, ਔਰ ਉਹ ਕਹਿੰਦੇ ਵੀ ਛੇਤੀ ਤੋਂ ਛੇਤੀ ਇਹਨੂੰ ਖੋਲ੍ਹਣਾ ਚਾਹੀਦਾ। ਪਰ ਜਿਹੜੇ ਕੁਝ ਵਿਰੋਧੀ ਧਿਰ ਵਾਲੇ ਬੰਦੇ ਉੱਥੇ ਖੜੇ ਸੀ ਉਹ ਕਹਿੰਦੇ ਵੀ ਦੇਖੋ ਗੱਲ ਸੁਣੋ, ਤੁਸੀਂ ਆਪਣੇ ਹੀ ਬੱਚਿਆਂ ਨੂੰ ਮਾਰਨਾ ਚਾਹੁੰਦੇ ਆ ਪਾਰਕਾਂ 'ਚ ਲਿਜਾ ਕੇ ਇਸ ਤਰ੍ਹਾਂ ਕਰਕੇ ਖੋਲ੍ਹ ਕੇ, ਤਾਂ ਉਹ ਕਹਿੰਦੇ ਵੀ ਗੋ ਹੈਡ, ਤੁਸੀਂ ਆਪਣਾ ਕਰ ਸਕਦੇ ਆ। ਪਰ ਜਿਹੜੀ ਸਾਡੀ ਚੀਫ ਮੈਡੀਕਲ ਆਫਿਸਰ ਆ ਉਹਦਾ ਹਜੇ ਇਹੀ ਕਹਿਣਾ ਡੀਨਾ ਹਿੰਸ਼ਾ ਦਾ ਕਿ ਭਾਈ ਇਹ ਜਿਹੜਾ ਮਤਲਬ ਅਲਬਰਟਾ ਦੇ ਵਿੱਚ ਉਹ ਇੰਨੀ ਗੱਲ ਜੇ ਨਹੀਂ ਫੈਲੀ ਇੱਧਰਲੇ ਪਾਸੇ, ਤਾਂ ਉਹ ਤੁਹਾਡੀਆਂ ਜਿਹੜੀਆਂ ਇਹ ਲੱਗੀਆਂ ਹੋਈਆਂ ਰਿਸਟ੍ਰਿਕਸ਼ਨਸ ਆ ਉਹਨਾਂ ਸਦਕਾ ਹੀ ਹੈ। ਤੇ ਉਹ ਜਿਹੜੀਆਂ ਰਿਸਟ੍ਰਿਕਸ਼ਨਸ ਹੈ ਨੇ ਉਹਨਾਂ ਨੂੰ ਉਸੇ ਤਰ੍ਹਾਂ ਬਣਾਈ ਰੱਖੋ, ਜਿਹਦੇ ਵਿੱਚ ਹੈਗਾ ਵੀ ਤੁਸੀਂ ਡਿਸਟੈਂਸ ਵਾਲੀ ਗੱਲ 2 ਮੀਟਰ ਦੀ, ਮੂੰਹ ਮਤਲਬ ਕਿਸੇ ਦੇ ਮੂਹਰੇ ਖੰਘਣਾ ਨਹੀਂ, ਹੱਥ ਧੋਣੇ ਨੇ, ਵਗੈਰਾ ਵਗੈਰਾ। ਉਹ ਕਹਿੰਦੇ ਵੀ ਉਹਨਾਂ ਗੱਲਾਂ ਨੂੰ ਹਜੇ ਬਣਾਈ ਰੱਖੋ, ਹਜੇ ਮੌਕਾ ਨਹੀਂ ਹੈ, ਕਿਤੇ ਇਹ ਨਾ ਹੋਵੇ ਵੀ ਆਪਾਂ ਮੁੜ ਕੇ ਫੇਰ ਉੱਥੇ ਸਕੁਅਰ 1 ਤੇ ਪਹੁੰਚ ਜਾਈਏ। ਜੀ ਬਹੁਤ ਬਹੁਤ ਸ਼ੁਕਰੀਆ ਉਸਤਾਦ ਕੁਲਵੀਰ ਸਿੰਘ ਸੰਘਾ ਜੀ, ਤੁਸੀਂ ਸਾਡੇ ਨਾਲ ਸਮਾਂ ਕੱਢਦੇ ਹੋ, ਸਾਡੇ ਨਾਲ ਖਾਸ ਗੱਲਬਾਤ ਕਰਦੇ ਹੋ, ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ ਜੀ। ਧੰਨਵਾਦ ਜਸਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਇਸ ਨੂੰ ਸਰਦਾਰ ਕੁਲਵੀਰ ਸਿੰਘ ਸੰਘਾ ਉਹਨਾਂ ਨੇ ਸਾਡੇ ਨਾਲ ਖਾਸ ਤੌਰ 'ਤੇ ਅਲਬਰਟਾ ਦੀਆਂ ਕੁਛ ਜਿਹੜੀਆਂ ਅਪਡੇਟ ਸੀ ਉਹ ਸਾਂਝੀਆਂ ਕੀਤੀਆਂ। ਲਗਭਗ ਸਾਰਿਆਂ ਦੀ ਸਥਿਤੀ ਇੱਕੋ ਜਿਹੀ ਆ, ਪਰ ਅਲਬਰਟਾ ਖਾਸ ਤੌਰ 'ਤੇ ਕਿਉਂਕਿ ਆਇਲ ਦੂਰੀ ਮਾਰ ਪੈ ਰਹੀ ਹੈ ਉਹਨਾਂ ਨੂੰ ਇਸ ਵੇਲੇ, ਆਇਲ ਤੇਲ ਦੀਆਂ ਕੀਮਤਾਂ ਡਿੱਗੀਆਂ, ਦੂਜੇ ਪਾਸੇ COVID-19 ਤੇ ਫੋਰਟ ਮਕਮਰੀ ਜਿਹੜਾ ਕਿਸੇ ਨਾ ਕਿਸੇ ਸੰਕਟ ਦਾ ਸ਼ਿਕਾਰ ਕੁਝ ਸਾਲ ਪਹਿਲਾਂ ਅੱਗ ਦਾ ਸ਼ਿਕਾਰ ਹੋਇਆ ਸੀ, ਬਹੁਤ ਵੱਡੇ ਪੱਧਰ 'ਤੇ ਤਬਾਹੀ ਹੋਈ ਸੀ, ਔਰ ਹੁਣ ਉਸ ਸ਼ਹਿਰ ਦੇ ਵਿੱਚ ਜਿਹੜਾ ਇਹ ਦਰਿਆਵਾਂ ਦੇ ਹੜ੍ਹ ਆ ਇਹਨੇ ਕਿਤੇ ਨਾ ਕਿਤੇ ਸੰਕਟ ਪੈਦਾ ਕੀਤਾ ਹੈ। ਸੋ ਅੱਜ ਦਾ ਪ੍ਰੋਗਰਾਮ ਦੋਸਤੋ ਇੱਥੇ ਸਮਾਪਤ ਕਰਦੇ ਹਾਂ। ਸੋਮਵਾਰ ਫਿਰ ਹਾਜ਼ਰ ਹੋਵਾਂਗੇ ਕੁਝ ਖਬਰਾਂ ਦੇ ਨਾਲ, ਕੁਝ ਅਪਡੇਟਸ ਦੇ ਨਾਲ, ਡਾਕਟਰ ਪ੍ਰਗਟ ਸਿੰਘ ਭੁਰਜੀ ਹੁਣਾਂ ਨਾਲ ਖਾਸ ਗੱਲਬਾਤ ਲਈ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।